ਹੈਲੋ ਫਰੈਂਡਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ यूपीएससी ਐਸਪੀਰੈਂਟ ਚੈਨਲ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਕਰੰਟ ਅਫੇਅਰ ਦੀ ਸੀਰੀਜ਼ ਸਟਾਰਟ ਕੀਤੀ ਹੈ। ਜਨਵਰੀ ਮਹੀਨੇ ਦੀ ਚਾਰੋਂ ਦੀਆਂ ਵੀਡੀਓਜ਼ ਮੈਂ ਅਪਲੋਡ ਕਰ ਚੁੱਕੀ ਹਾਂ, ਤੁਸੀਂ ਜ਼ਰੂਰ ਦੇਖਣਾ। ਤੇ ਅੱਜ ਸਾਡੀ ਵਾਰੀ ਹੈਗੀ ਹੈ ਫੈਬਰਰੀ ਮਹੀਨੇ ਦੀ। ਅੱਜ ਪਾਰਟ 1 ਹੈਗਾ। ਜਿਵੇਂ ਕਿ ਨੈਬ ਤਹਿਸੀਲ ਦਾ ਐਗਜ਼ਾਮ ਬਹੁਤ ਹੀ ਨੇੜੇ ਆ ਚੁੱਕਿਆ ਹੈ ਤੇ ਉਹਦੇ ਵਿੱਚ ਕਰੰਟ ਅਫੇਅਰ ਬਹੁਤ ਹੀ ਜ਼ਿਆਦਾ ਪੁੱਛੇ ਜਾਣਗੇ ਕੁਐਸਚਨ। ਸੋ ਅਸੀਂ ਕੀ ਕਰ ਰਹੇ ਹਾਂ ਕਿ ਅਸੀਂ ਜਿਵੇਂ ਕਿ ਜਨਵਰੀ ਮਹੀਨੇ ਸਾਨੂੰ ਬਹੁਤ ਟਾਈਮ ਲੱਗਿਆ, ਹਰ ਰੋਜ਼ ਅਸੀਂ ਵੀਡੀਓ ਅਪਲੋਡ ਕਰਦੇ। 4 ਪਾਰਟ ਵਿੱਚ ਮੈਂ ਜਨਵਰੀ ਮਹੀਨੇ ਨੂੰ ਕੰਪਾਈਲ ਕੀਤਾ ਹੈ। ਸੋਚ ਰਹੀ ਹਾਂ ਕਿ ਫੈਬਰਰੀ ਮਹੀਨੇ ਸਿਰਫ 2 ਹੀ ਵੀਡੀਓਜ਼ ਵਿੱਚ ਕੰਪਾਈਲ ਕਰਾਂ, ਬਿਕੋਜ਼ ਟਾਈਮ ਬਹੁਤ ਘੱਟ ਹੈ ਤੇ ਅਸੀਂ ਵੱਧ ਤੋਂ ਵੱਧ ਕੁਐਸਚਨ ਅਸੀਂ ਕਰਨੇ ਆ। ਮਹੀਨੇ ਤੱਕ ਦਾ ਸਾਰਾ ਕਰੰਟ ਅਫੇਅਰ ਕਰਨਾ ਹੈ। ਸੋ ਕੀ ਹੋ ਸਕਦਾ ਹੈ ਕਿ ਵੀਡੀਓ ਦੀ ਲੈਂਥ ਲੰਬੀ ਹੋ ਜਾਏਗੀ। ਤੁਸੀਂ ਵੀਡੀਓ ਨੂੰ ਪੂਰਾ ਹੀ ਦੇਖਣਾ ਹੈ, ਬਿਕੋਜ਼ ਐਗਜ਼ਾਮ 'ਚ ਕੁਐਸਚਨ ਆਉਣਗੇ ਔਰ ਆਉਣਗੇ ਕਰੰਟ ਅਫੇਅਰ ਵਿੱਚ, ਬਿਕੋਜ਼ ਸਿਲੇਬਸ ਵਿੱਚ ਮੈਂਸ਼ਨ ਕੀਤਾ ਗਿਆ ਹੈ ਕਿ 6 ਤੋਂ 8 ਮੰਥ ਦੇ ਕਰੰਟ ਅਫੇਅਰ ਆਉਣਗੇ। ਸੋ ਇਹ ਤਾਂ ਬੇਸਿਕ ਹੈ ਕਿ ਤੁਸੀਂ ਇਹ ਤਾਂ ਕਰਕੇ ਹੀ ਜਾਣਾ ਹੈ, ਕਿਸੇ ਹਾਲ 'ਚ ਛੱਡ ਕੇ ਨਹੀਂ ਜਾਣਾ ਹੈ। ਸੋ ਵੀਡੀਓ ਨੂੰ ਪੂਰਾ ਦੇਖੋ, ਮੇਰੀ ਰਿਕੁਐਸਟ ਆ ਤੁਹਾਡੇ ਸਾਹਮਣੇ, ਤੁਹਾਡਾ ਹੀ ਫਾਇਦਾ ਹੋਏਗਾ ਐਗਜ਼ਾਮ ਸੈਂਟਰ ਵਿੱਚ ਆ ਕੇ। ਸੋ ਫੈਬਰਰੀ ਮਹੀਨੇ ਦਾ ਪਾਰਟ 1 ਕਰਨੇ ਜਾ ਰਹੇ ਹਾਂ ਅੱਜ ਅਸੀਂ। ਸੋ ਪਹਿਲੀ ਹੈਗੀ ਹੈ ਦੀ NPCI ਐਂਡ UPI ਸਿਸਟਮ ਹੈਜ਼ ਅਨਾਊਂਸਡ UPI ਸੇਫਟੀ ਐਂਡ ਅਵੇਅਰਨੈਸ ਇਨੀਸ਼ੀਏਟਿਵ। ਜਿੱਦਾਂ ਕਿ ਅਸੀਂ ਜਿੰਨੀਆਂ ਵੀ ਆਨਲਾਈਨ ਟ੍ਰਾਂਜੈਕਸ਼ਨ ਕਰਦੇ ਨੇ NPCI ਦੇ ਅੰਡਰ ਹੁੰਦੀਆਂ, UPI ਸਿਸਟਮ ਦੇ ਅੰਡਰ ਹੁੰਦੀਆਂ ਨੇ। ਇਹਨਾਂ ਨੇ ਕੀ ਕਿਹਾ ਕਿ ਅਸੀਂ ਸੇਫਟੀ ਤੇ ਅਵੇਅਰਨੈਸ ਇਨੀਸ਼ੀਏਟਿਵ ਲਵਾਂਗੇ, NPCI ਨੇ ਲਿਆ ਹੈ। ਸੋ ਇਹਦੇ ਵਿੱਚ ਕੀ ਹੋਏਗਾ ਕਿ ਉਹ ਆਪਣਾ ਦਿਨ ਮਨਾਉਣਗੇ, ਅਵੇਅਰਨੈਸ ਡੇ ਮਨਾਉਣਗੇ ਔਰ ਕਿੰਨੇ ਤੋਂ ਕਿੰਨੇ ਦਿਨ ਤੱਕ ਹੋਏਗਾ, 1 ਫਰਵਰੀ ਤੋਂ 7 ਫਰਵਰੀ ਦੇ ਵਿੱਚ ਸੈਲੀਬ੍ਰੇਟ ਕਰਨਗੇ। ਅਗਲੀ ਨਿਊਜ਼ ਹੈ ਇਨ ਫੈਬਰਰੀ 2022 ਵਿੱਚ ਪੈਰਾਮਿਲਟਰੀ ਫੋਰਸ ਹੈਜ਼ ਸੈਲੀਬ੍ਰੇਟਡ ਇਟਸ 46 ਰਾਈਜ਼ਿੰਗ ਡੇ। ਕਹਿੰਦੇ ਨੇ ਕਿ ਉਸ ਪੈਰਾਮਿਲਟਰੀ ਫੋਰਸ ਦਾ ਨਾਮ ਦੱਸੋ ਜਿਹੜੀ ਕਿ 46 ਨੰਬਰ ਦਾ ਰਾਈਜ਼ਿੰਗ ਡੇ ਮਨਾ ਰਹੀ ਹੈ। ਸੋ ਫਰਵਰੀ ਮਹੀਨੇ ਵਿੱਚ ਉਹਦਾ ਨਾਮ ਹੈਗਾ ਇੰਡੀਅਨ ਕੋਸਟ ਗਾਰਡ। ਐਵੇਂ ਯਾਦ ਰੱਖੋ ਫਰਵਰੀ ਮਹੀਨਾ ਕਿਹਨਾਂ ਡੇਜ਼ ਨਾਲ ਸਭ ਤੋਂ ਜ਼ਿਆਦਾ ਮਸ਼ਹੂਰ ਮੰਨਿਆ ਜਾਂਦਾ, ਜਿਹੜੇ ਕਿ ਹਰ ਕੋਈ ਜਾਣਦਾ। ਅਗਰ ਕੋਈ ਕਰੰਟ ਅਫੇਅਰ ਨਹੀਂ ਵੀ ਪੜ੍ਹ ਰਿਹਾ ਉਹਨੂੰ ਪਤਾ ਕਿ ਵੈਲੈਂਟਾਈਨ ਡੇ ਐਂਡ ਐਟ ਆਲ ਜਿਤਨੇ ਵੀ ਦਿਨ ਆਉਂਦੇ ਨੇ ਸਾਰੇ ਇਸ ਫੈਬਰਰੀ ਮਹੀਨੇ ਵਿੱਚ ਹੀ ਆਉਂਦੇ ਨੇ। ਐਵੇਂ ਯਾਦ ਕਰੋ ਲਈ ਤੁਸੀਂ ਜਾਣਾ ਹੈ ਕਿਸੇ ਬੀਚ ਵਗੈਰਾ 'ਤੇ। ਸੋ ਐਵੇਂ ਕੁਛ ਯਾਦ ਕਰ ਲਓ ਕਿ ਕੋਸਟ ਗਾਰਡ ਰਿਲੇਟਡ ਕਿਸ ਮੰਥ ਨਾਲ ਰਿਲੇਟਡ ਹੈਗਾ, ਫੈਬਰਰੀ ਮਹੀਨੇ ਦੇ ਨਾਲ ਰਿਲੇਟਡ ਹੈਗਾ। ਸੋ ਅਗਰ ਕੁਛ ਵੀ ਤੁਸੀਂ ਪੜ੍ਹਨਾ ਹੈ ਆਪਣੀ ਰੀਅਲ ਲਾਈਫ ਨਾਲ ਕਨੈਕਟ ਕਰਕੇ ਪੜ੍ਹੋਗੇ, ਤੁਹਾਨੂੰ ਕਦੇ ਵੀ ਨਹੀਂ ਭੁੱਲੇਗਾ। ਅਗਲੇ ਅਸੀਂ ਯਾਦ ਕਰਦੇ ਹਾਂ ਇਟ ਇਜ਼ ਦੀ 4th ਲਾਰਜੈਸਟ ਕੋਸਟ ਗਾਰਡ ਇਨ ਦੀ ਵਰਲਡ ਵਿੱਚ ਇਹ ਚੌਥੇ ਨੰਬਰ 'ਤੇ ਸਾਡਾ ਜਿਹੜਾ ਕੋਸਟ ਗਾਰਡ ਆਉਂਦਾ ਹੈ। ਵਟ ਇਜ਼ ਦੀ ਥੀਮ ਆਫ ਦੀ ਵਰਲਡ ਵੈਟਲੈਂਡ ਡੇ 2022। ਕਹਿੰਦੇ ਕਿ ਵੈਟਲੈਂਡ ਡੇ ਜਿਹੜਾ ਹੈਗਾ ਨਾ 2022 ਦਾ, ਉਹ ਕਦੋਂ ਮਨਾਇਆ ਜਾਂਦਾ ਹੈਗਾ ਤੇ ਉਹਦੀ ਥੀਮ ਵੀ ਦੱਸਣੀ ਹੈ ਤੁਸੀਂ। ਇਹ 2 ਫਰਵਰੀ ਨੂੰ ਮਨਾਇਆ ਜਾਂਦਾ ਹੈ ਤੇ ਇਹਦੀ ਥੀਮ ਹੈਗੀ ਹੈ ਵੈਟਲੈਂਡਸ ਐਕਸ਼ਨ ਫॉर ਪੀਪਲ ਐਂਡ ਨੇਚਰ। ਵੈਟਲੈਂਡਸ ਐਕਸ਼ਨ ਫॉर ਪੀਪਲ ਐਂਡ ਨੇਚਰ। ਸੋ ਤੁਸੀਂ ਇਹ ਥੀਮ ਯਾਦ ਰੱਖਣੀ ਹੈ ਐਵੇਂ ਦੀ ਐਵੇਂ। ਕਦੋਂ ਮਨਾਇਆ ਜਾਂਦਾ? 2 ਫਰਵਰੀ ਨੂੰ ਮਨਾਇਆ ਜਾਂਦਾ ਹੈ ਤੇ ਵਰਲਡ ਲੈਵਲ ਤੇ ਮਨਾਇਆ ਜਾਂਦਾ ਹੈ। ਵਰਲਡ ਵੈਟਲੈਂਡਸ ਡੇ ਇਜ਼ observed every year on 2nd February globally। ਸੋ ਅਗਲੀ ਨਿਊਜ਼ ਹੈਗੀ ਆ ਵਰਲਡ ਇੰਟਰਫੇਥ ਹਾਰਮੋਨੀ ਵੀਕ ਇਜ਼ ਐਨ ਐਨੂਅਲ ਇਵੈਂਟ। ਕਹਿੰਦੇ ਜਿਹੜਾ ਵਰਲਡ ਇੰਟਰਫੇਥ ਹਾਰਮੋਨੀ ਵੀਕ ਮਤਲਬ ਕਿ ਇਹਦੇ ਵਿੱਚ ਅਸੀਂ ਇੱਕ ਦੂਸਰੇ ਦੇ ਨਾਲ ਭਾਈਚਾਰਾ ਵਧਾਵਾਂਗੇ, ਇਹਦੇ ਰਿਲੇਟਡ ਹੈਗੀ ਹੈ। ਪੀਸ ਨੂੰ ਅਸੀਂ ਪ੍ਰਮੋਟ ਕਰਦੇ ਹਾਂ ਹਾਰਮੋਨੀ ਵੀਕ ਦੇ ਵਿੱਚ। ਸੋ ਕਹਿੰਦੇ ਕਦੋਂ ਮਨਾਇਆ ਜਾਂਦਾ ਹੈ? 1 ਫਰਵਰੀ ਨੂੰ 7 ਫਰਵਰੀ ਦੇ ਵਿੱਚ ਇਹ ਮਨਾਇਆ ਜਾਂਦਾ ਹੈ। ਸੋ ਤੁਸੀਂ UPI ਜਿਹੜੀ ਹੁਣ ਜੇ ਅਸੀਂ ਯਾਦ ਕਰਕੇ ਹਟੇ ਹਾਂ ਕਿ ਅਵੇਅਰਨੈਸ ਡੇ ਮਨਾ ਰਹੇ ਨੇ, ਆਪਣਾ ਇਨੀਸ਼ੀਏਟਿਵ ਅਵੇਅਰਨੈਸ ਕ੍ਰੀਏਟ ਕਰਨਗੇ, ਉਹ ਵੀ 1 ਫਰਵਰੀ ਤੋਂ 7 ਫਰਵਰੀ ਹੈ। ਸੋ ਇੰਟਰਫੇਥ ਹਾਰਮੋਨੀ ਵੀਕ ਵੀ 1 ਫਰਵਰੀ ਤੋਂ 7 ਫਰਵਰੀ ਹੈ। ਅਗਲੀ ਨਿਊਜ਼ ਹੈ ਵਟ ਇਜ਼ ਦ ਥੀਮ ਆਫ ਵਰਲਡ ਕੈਂਸਰ ਡੇ 2022। ਵਰਲਡ ਕੈਂਸਰ ਡੇ 2022 ਦੀ ਥੀਮ ਕੀ ਹੈ? ਕਲੋਜ਼ ਦੀ ਕੇਅਰ ਗੈਪ। ਸੋ ਜਿਹੜੀਆਂ ਛੋਟੀਆਂ ਜਿੰਨੀਆਂ ਥੀਮਸ ਹੁੰਦੀਆਂ ਨੇ ਉਨੇ ਹੀ ਉਹਨਾਂ ਦੇ ਚਾਂਸ ਵੱਧ ਜਾਂਦਾ ਹੈ ਕਿ ਉਹ ਐਗਜ਼ਾਮ ਵਿੱਚ ਆਉਣ। ਇੱਕ ਵਾਰ ਫਿਰ ਤੋਂ ਰਿਪੀਟ ਕਰ ਦਿੰਦੀ ਹਾਂ, ਇਹਦੀ ਥੀਮ ਕੀ ਹੈਗੀ ਹੈ ਵਰਲਡ ਕੈਂਸਰ ਡੇ ਦੀ? ਦੈਟ ਇਜ਼ ਕਲੋਜ਼ ਦੀ ਕੇਅਰ ਗੈਪ। ਸੋ ਇਹ ਕਦੋਂ ਮਨਾਇਆ ਜਾਂਦਾ? 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਟ ਇਜ਼ ਅ ਗਲੋਬਲ ਯੂਨਾਈਟਿੰਗ ਇਨੀਸ਼ੀਏਟਿਵ ਲੈਡ ਬਾਈ ਦ ਯੂਨੀਅਨ ਫॉर ਇੰਟਰਨੈਸ਼ਨਲ ਕੈਂਸਰ ਕੰਟਰੋਲ। ਸੋ ਸਮਝ ਗਏ ਹੋਣੇ ਤੁਸੀਂ ਕਿਹਦੇ ਬਾਰੇ ਗੱਲ ਕਰ ਰਹੀ ਹਾਂ। ਅਗਲੀ ਹੈਗੀ ਹੈ ਦੀ ਇੰਟਰਨੈਸ਼ਨਲ ਡੇ ਆਫ ਹਿਊਮਨ ਫਰਟੀਨਿਟੀ। ਹਿਊਮਨ ਫਰਟੀਨਿਟੀ ਦੇ ਡੇ ਕਦੋਂ ਮਨਾਇਆ ਜਾਂਦਾ? ਇੰਟਰਨੈਸ਼ਨਲੀ ਤੌਰ 'ਤੇ ਦੈਟ ਇਜ਼ ਔਨ 4th ਫੈਬਰਰੀ ਨੂੰ ਮਨਾਇਆ ਜਾਂਦਾ ਹੈ। ਅਗਲੀ ਨਿਊਜ਼ ਹੈ ਥੀਮ ਦੱਸਣੀ ਹੈ ਇੰਟਰਨੈਸ਼ਨਲ ਡੇ ਆਫ ਜ਼ੀਰੋ ਟੋਲਰੈਂਸ ਫॉर ਫੀਮੇਲ ਜੈਨੀਟਲ ਮਿਊਟੀਲੇਸ਼ਨ 2021। ਕਹਿੰਦੇ ਕਿ ਜਿਹੜਾ ਦਿਨ ਮਨਾਇਆ ਜਾਂਦਾ ਨਾ ਫੀਮੇਲ ਜੈਨੀਟਲ ਮਿਊਟੇਸ਼ਨ 2021, ਇਹਦੀ ਥੀਮ ਦੱਸਣੀ ਹੈਗੀ ਹੈ। ਸੋ ਇਹਦੀ ਥੀਮ ਹੈ ਐਕਸਲੇਟਿੰਗ ਇਨਵੈਸਟਮੈਂਟ ਟੂ ਐਂਡ ਫੀਮੇਲ ਜੈਨੀਟਲ ਮਿਊਟੇਸ਼ਨ। ਕਹਿੰਦੇ ਕਿ ਅਸੀਂ ਇਹੋ ਜਿਹੀ ਇਨਵੈਸਟਮੈਂਟ ਕਰਨੀ ਹੈ ਕਿ ਇਹ ਸਭ ਜਿਹੜੀਆਂ ਬਿਮਾਰੀਆਂ ਨੇ ਖਤਮ ਹੋ ਜਾਣ, ਐਂਡ ਹੋ ਜਾਏ ਇਹਨਾਂ ਦਾ। ਅਗਲਾ ਹੈਗਾ ਵਟ ਇਜ਼ ਦੀ ਥੀਮ ਫॉर ਸੇਫਰ ਇੰਟਰਨੈਟ 2022। ਇੰਟਰਨੈਟ ਨੂੰ ਅਸੀਂ ਸੇਫਲੀ ਯੂਜ਼ ਕਿਵੇਂ ਕਰੀਏ ਇਹਦੇ ਰਿਗਾਰਡਿੰਗ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤਾਂ ਇਹਦੀ ਥੀਮ ਦੱਸਣੀ ਹੈ ਦੈਟ ਇਜ਼ ਟੂਗੈਦਰ ਫॉर ਏ ਬੈਟਰ ਇੰਟਰਨੈਟ। ਇਹਦੀ ਥੀਮ ਹੈਗੀ ਹੈ
ਟੂਗੈਦਰ ਇਕੱਠੇ ਮਿਲ ਕੇ ਕੀ ਕਰਾਂਗੇ ਅਸੀਂ ਕਿ ਬੈਟਰ ਇੰਟਰਨੈਟ ਨੂੰ ਬਣਾਵਾਂਗੇ ਟੂਗੈਦਰ ਫੋਰ ਏ ਬੈਟਰ ਇੰਟਰਨੈਟ। ਅਗਲੀ ਹੈਗੀ ਹੈ ਵਟ ਇਜ਼ ਦ ਥੀਮ ਆਫ ਵਰਲਡ ਪਲਸ ਡੇ 2022। ਜਿਹੜਾ ਵਰਲਡ ਪਲਸ ਡੇ ਹੈ ਉਹ ਕਦੋਂ ਮਨਾਇਆ ਜਾਂਦਾ ਹੈ? 10 ਫਰਵਰੀ ਨੂੰ ਮਨਾਇਆ ਜਾਂਦਾ ਹੈ। ਮੈਂ ਤੁਹਾਡੇ ਤੋਂ ਇੱਕ ਕੁਐਸਚਨ ਪੁੱਛਣਾ ਚਾਹਾਂਗੀ ਕਿ 10 ਜਨਵਰੀ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ? ਅਸੀਂ ਜਨਵਰੀ ਮਹੀਨੇ ਵਿੱਚ ਦੀ ਸਾਰਾ ਕਰੰਟ ਅਫੇਅਰ ਰੀਡ ਕੀਤੇ ਹੈ ਨਾ, ਤੁਸੀਂ ਨਾਲ ਦੀ ਨਾਲ ਰਿਵਾਈਜ਼ ਵੀ ਕੀਤੇ ਹੋਣਗੇ। ਟੈਲੀਗ੍ਰਾਮ ਚੈਨਲ 'ਤੇ ਪੀਡੀਐਫਸ ਪ੍ਰੋਵਾਈਡ ਕੀਤੀਆਂ ਗਈਆਂ ਨੇ। ਹਰ ਇੱਕ ਚੀਜ਼ ਨੂੰ ਰਿਵਾਈਜ਼ ਕਰੋ। ਦੱਸੋ ਤੇ 10 ਜਨਵਰੀ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ? ਅਗਰ ਵਿਦਿਨ 1 ਸੈਕਿੰਡ ਤੁਹਾਡੇ ਮਾਈਂਡ 'ਚ ਆਨਸਰ ਆ ਜਾਂਦਾ, ਇਹਦਾ ਮਤਲਬ ਹੈ ਕਿ ਤੁਸੀਂ ਜਨਵਰੀ ਮਹੀਨੇ ਦੀ ਹਰ ਇੱਕ ਨਿਊਜ਼ ਚੰਗੀ ਤਰ੍ਹਾਂ ਯਾਦ ਤੁਹਾਡੇ ਹੈਗੀ ਹੈ। ਨਹੀਂ ਯਾਦ, ਮੈਂ ਤੁਹਾਨੂੰ ਦੱਸ ਦਿੰਦੀ ਹਾਂ 10 ਜਨਵਰੀ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ। ਹਿੰਦੀ ਡੇ ਮਨਾਇਆ ਜਾਂਦਾ ਹੈ। ਸੋ ਯਾਦ ਰੱਖਣਾ ਹੈ। ਐਵੇਂ ਹੀ 10 ਫਰਵਰੀ ਨੂੰ ਕੀ ਮਨਾਇਆ ਜਾਂਦਾ? ਵਰਲਡ ਪਲਸ ਡੇ ਮਨਾਇਆ ਜਾਂਦਾ ਹੈ। ਸੋ ਪਲਸਿਸ ਟੂ ਇੰਪਾਵਰ ਯੂਥ ਇਨ ਅਚੀਵਿੰਗ ਸਸਟੇਨੇਬਲ ਐਗਰੀ ਫੂਡ ਸਿਸਟਮ। ਸੋ ਪਲਸਿਸ ਨੂੰ ਤੁਸੀਂ ਜਾਣਦੇ ਹੀ ਨਾ, ਦਾਲਾਂ ਵਗੈਰਾ ਦੇ ਨਾਲ ਰਿਲੇਟਡ ਹੈਗਾ ਹੈ। ਸੋ ਇਹਦੇ ਰਿਗਾਰਡਿੰਗ ਇਹ ਡੇ ਮਨਾਇਆ ਜਾਂਦਾ ਹੈ। ਥੀਮ ਹੈਗੀ ਹੈ ਪਲਸਿਸ ਟੂ ਇੰਪਾਵਰ ਯੂਥ ਇਨ ਅਚੀਵਿੰਗ ਸਸਟੇਨੇਬਲ ਐਗਰੀ ਫੂਡ ਸਿਸਟਮ। ਅਗਲਾ ਹੈਗਾ ਨੈਸ਼ਨਲ ਡੀਵਾਰਮਿੰਗ ਡੇ। ਨੈਸ਼ਨਲ ਡੀਵਾਰਮਿੰਗ ਡੇ ਕੀ ਹੁੰਦਾ ਹੈ ਕਿ ਅਸੀਂ ਸਾਫ ਸਫਾਈ ਨਾਲ ਰਿਲੇਟਡ ਗੱਲਾਂ ਕਰਨੀਆਂ ਦੇ ਵਿੱਚ। ਇਜ਼ ਅਬਜ਼ਰਵਡ ਔਨ ਵਿਚ ਡੇ ਟੂ ਮੇਕ ਪੀਪਲ ਅਵੇਅਰ ਆਫ ਦ ਮੋਸਟ ਇੰਪੋਰਟੈਂਸ ਆਫ ਦ ਡੀਵਾਰਮਿੰਗ particularly for the children 1 to 19 years of age। ਕਹਿੰਦੇ ਕਿ ਅਸੀਂ ਡੀਵਾਰਮਿੰਗ ਦੇ ਰਿਗਾਰਡਿੰਗ ਇਨੀਸ਼ੀਏਟਿਵ ਲੈਣਾ ਤੇ ਅਵੇਅਰਨੈਸ ਕ੍ਰੀਏਟ ਕਰਨੀ ਹੈ। ਕਦੋਂ ਮਨਾਇਆ ਜਾਂਦਾ? ਇਹ ਵੀ 10 ਫਰਵਰੀ ਨੂੰ ਮਨਾਇਆ ਜਾਂਦਾ ਹੈ ਤੇ ਇਹ ਲਾਂਚ ਹੋਇਆ ਸੀ ਬਾਈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਦੁਆਰਾ 2015 ਦੇ ਵਿੱਚ। ਅਗਲੀ ਹੈ ਵਟ ਇਜ਼ ਥੀਮ ਆਫ 7th ਇੰਟਰਨੈਸ਼ਨਲ ਡੇ ਆਫ ਵੂਮਨ ਐਂਡ ਗਰਲ ਇਨ ਸਾਇੰਸ 2022। ਕਹਿੰਦੇ ਕਿ 7th ਨੰਬਰ ਦਾ ਇੰਟਰਨੈਸ਼ਨਲ ਡੇ ਹੈਗਾ ਵੂਮਨਸ ਤੇ ਗਰਲ ਦਾ ਇਨ ਸਾਇੰਸ 2022। ਕਦੋਂ? ਇਹਦੀ ਥੀਮ ਕੀ ਹੈਗੀ ਹੈ? ਇਕੁਇਟੀ, ਡਾਇਵਰਸਿਟੀ ਐਂਡ ਇਨਕਲੂਜਨ ਵਾਟਰ ਯੂਨਾਈਟਸ ਅਸ। ਐਵੇਂ ਹੀ ਤੁਸੀਂ ਯਾਦ ਰੱਖਣਾ ਜਿਵੇਂ ਲਿਖੀ ਹੈਗੀ ਹੈ। ਵਰਲਡ ਯੂਨਾਨੀ ਡੇ ਕਦੋਂ ਮਨਾਇਆ ਜਾਂਦਾ ਹੈ? 11 ਫਰਵਰੀ ਨੂੰ। ਵਰਲਡ ਯੂਨਾਨੀ ਡੇ ਕਦੋਂ ਮਨਾਇਆ ਜਾਂਦਾ ਹੈ? 11 ਫਰਵਰੀ ਨੂੰ ਮਨਾਇਆ ਜਾਂਦਾ ਹੈ। ਸੋ ਇਹ ਕਿਸ ਯਾਦ ਵਿੱਚ ਮਨਾਇਆ ਜਾਂਦਾ ਹੈ? ਬਰਥ ਸੈਨਿਵਰੀ ਹੈਗੀ ਹੈ ਹਕੀਮ ਅਜਮਲ ਖਾਨ ਜੀ ਦੀ। ਹਕੀਮ ਅਜਮਲ ਖਾਨ ਜੀ ਦੀ ਬਰਥ ਐਨੀਵਰਸਰੀ ਤੇ ਵਰਲਡ ਯੂਨਾਨੀ ਡੇ ਮਨਾਇਆ ਜਾਂਦਾ ਹੈ। ਅਗਲਾ ਹੈਗਾ ਨੈਸ਼ਨਲ ਪ੍ਰੋਡਕਟਿਵਿਟੀ ਡੇ ਇਜ਼ ਅਬਜ਼ਰਵਡ ਐਵਰੀ ਈਅਰ ਇਨ ਇੰਡੀਆ ਔਨ। ਕਹਿੰਦੇ ਕਿ ਪ੍ਰੋਡਕਟਿਵਿਟੀ ਡੇ ਕਦੋਂ ਮਨਾਇਆ ਜਾਂਦਾ? 12 ਫਰਵਰੀ ਨੂੰ ਮਨਾਇਆ ਜਾਂਦਾ ਹੈ। ਸੋ ਤੁਸੀਂ ਅਗਰ ਮੈਂ ਪੁੱਛਾਂ 12 ਜਨਵਰੀ ਨੂੰ ਕੀ ਮਨਾਇਆ ਜਾਂਦਾ ਹੈ? ਨੈਸ਼ਨਲ ਯੂਥ ਡੇ। ਸੋ 12 ਫਰਵਰੀ ਨੂੰ ਕੀ ਮਨਾਇਆ ਜਾਂਦਾ? ਨੈਸ਼ਨਲ ਪ੍ਰੋਡਕਟਿਵਿਟੀ ਡੇ। ਜਨਵਰੀ ਫਰਵਰੀ ਸਭ ਕੁਛ ਯਾਦ ਨਾਲ ਦੀ ਨਾਲ ਕਰਕੇ ਕਰਦੇ ਜਾਓ। ਵਟ ਇਜ਼ ਥੀਮ ਆਫ ਦੀ ਵਰਲਡ ਰੇਡੀਓ ਡੇ 2022। ਰੇਡੀਓ ਡੇ ਦੀ ਕੀ ਥੀਮ ਹੈਗੀ? ਰੇਡੀਓ ਐਂਡ ਟਰਸਟ। The day is proclaimed by the UNESCO on 3rd November 2011 during 36th conference. It is adopted by UNGA in 2012। 2012 ਦੇ ਵਿੱਚ ਕੀ ਹੈ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਉਸ ਨੂੰ ਅਡੋਪਟ ਕੀਤਾ ਸੀ ਤੇ ਉਹਨਾਂ ਨੇ ਪਹਿਲੀ ਵਾਰ ਕਦੋਂ ਮਨਾਇਆ? ਇਹਨੂੰ 2013 ਦੇ ਵਿੱਚ ਮਨਾਇਆ ਗਿਆ। ਕਿਸ ਦੀ ਗੱਲ ਕਰ ਰਹੇ ਹਾਂ ਅਸੀਂ? ਵਰਲਡ ਰੇਡੀਓ ਡੇ ਦੀ ਅਸੀਂ ਗੱਲ ਕਰ ਰਹੇ ਹਾਂ ਜਿਹਦੀ ਥੀਮ ਹੈਗੀ ਰੇਡੀਓ ਐਂਡ ਟਰਸਟ। ਯਾਦ ਰੱਖਣਾ ਹੈ ਤੁਸੀਂ ਇਹਨੂੰ। ਅਗਲੀ ਨਿਊਜ਼ ਹੈਗੀ ਹੈ ਦੀ whose birth anniversary is celebrated as National Women's Day in India। ਕਹਿੰਦੇ ਕਿ ਨੈਸ਼ਨਲ ਵੂਮਨਸ ਡੇ ਦੀ ਬਰਥ ਐਨੀਵਰਸਰੀ ਅਸੀਂ 13 ਫਰਵਰੀ ਨੂੰ ਮਨਾਉਂਦੇ ਹਾਂ। ਵੈਲੈਂਟਾਈਨਸ ਇੱਕ ਦਿਨ ਪਿੱਛੇ ਕੀ ਮਨਾਉਂਦੇ ਹਾਂ ਅਸੀਂ? ਨੈਸ਼ਨਲ ਵੂਮਨਸ ਡੇ ਦੀ। ਨੈਸ਼ਨਲ ਵੂਮਨਸ ਡੇ ਮਨਾਉਂਦੇ ਆ ਕਿਸ ਦੀ ਬਰਥ ਐਨੀਵਰਸਰੀ 'ਤੇ ਮਨਾਇਆ ਜਾਂਦਾ ਹੈ? ਸਰੋਜਨੀ ਨਾਇਡੂ ਜੀ ਦੀ ਬਰਥ ਐਨੀਵਰਸਰੀ 'ਤੇ ਮਨਾਇਆ ਜਾਂਦਾ ਹੈ। ਅਗਲਾ ਹੈਗਾ ਇੰਟਰਨੈਸ਼ਨਲ ਐਪੀਲੇਸੀ ਡੇ ਇਜ਼ ਅਬਜ਼ਰਵਡ ਐਵਰੀ ਈਅਰ ਔਨ ਵਿਚ ਡੇ। ਇਸ ਡੇ ਦਾ ਮਤਲਬ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਤੁਹਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ। ਇੰਟਰਨੈਸ਼ਨਲ ਐਪੀਲੇਸੀ ਡੇ ਕਦੋਂ ਮਨਾਇਆ ਜਾਂਦਾ ਹੈ? ਜਿਵੇਂ ਕਿ ਜਿਸ ਨੂੰ ਮਿਰਗੀ ਵਗੈਰਾ ਹੁੰਦੀ ਹੈ ਉਸ ਪ੍ਰੋਬਲਮ ਨੂੰ ਹੀ ਐਪੀਲੇਸੀ ਡੇ ਕਹਿੰਦੇ ਨੇ। ਇਹ ਮਨਾਇਆ ਜਾਂਦਾ ਹੈ 2nd ਮੰਡੇ ਆਫ ਫੈਬਰਰੀ ਦੈਟ ਇਜ਼ 14th ਆਫ ਫੈਬਰਰੀ ਮੀਨਸ ਜਿਹੜਾ ਕਿ ਮੇਨ ਵੈਲੈਂਟਾਈਨ ਵਾਲੇ ਦਿਨ ਹੈ ਉਸ ਦਿਨ ਹੀ ਇਹ ਡੇ ਮਨਾਇਆ ਜਾਂਦਾ ਹੈ। ਤੁਸੀਂ ਐਵੇਂ ਯਾਦ ਰੱਖ ਲਓ ਐਕਚੁਅਲ 'ਚ ਕਿਵੇਂ ਮਨਾਇਆ ਜਾਂਦਾ ਹੈ ਕਿ ਫਰਵਰੀ ਮਹੀਨੇ ਦੇ ਜੋ 2nd ਤੌਰ 'ਤੇ ਮੰਥ ਆਉਂਦਾ ਉਸ ਦਿਨ ਇਹ ਮਨਾਇਆ ਜਾਂਦਾ ਹੈ। ਅੱਗੇ ਸਾਡੀ ਇੰਪੋਰਟੈਂਟ ਨਿਊਜ਼ ਇੰਡੀਆ ਦੇ ਰਿਗਾਰਡਿੰਗ ਆ ਗਈਆਂ। ਹੋਪ ਸੋ ਤੁਹਾਨੂੰ ਜਿਹੜੀਆਂ ਕਿ ਇੰਪੋਰਟੈਂਟ ਡੇਜ਼ ਯਾਦ ਹੋ ਗਏ ਹੋਣ। ਇੱਕ ਵਾਰ ਫਿਰ ਤੋਂ ਰਿਵਾਈਜ਼ ਕਰਦੀ ਹਾਂ ਬਿਕੋਜ਼ ਮੈਂ ਨਹੀਂ ਚਾਹੁੰਦੀ ਕਿ ਤੁਸੀਂ ਬਾਰ-ਬਾਰ ਵੀਡੀਓ ਨੂੰ ਪੌਜ਼ ਕਰਕੇ ਦੇਖੋ। ਇੱਕ ਵਾਰ 'ਚ ਇੱਕ ਵੀਡੀਓ 'ਚ ਸਭ ਕੁਛ ਤੁਹਾਨੂੰ ਯਾਦ ਹੋ ਜਾਏਗਾ। ਇਹ ਮੇਰਾ ਵਾਅਦਾ ਤੁਹਾਡੇ ਨਾਲ। ਸਭ ਤੋਂ ਪਹਿਲੀ ਨਿਊਜ਼ ਸੀ NPCI ਇਨ UPI ਇਕੋਸਿਸਟਮ ਜਿਹੜਾ ਸੀ ਉਹਨਾਂ ਨੇ ਅਵੇਅਰਨੈਸ ਡੇ ਮਨਾਇਆ ਵੀਕ ਮਨਾਇਆ ਦੈਟ ਇਜ਼ 1st ਆਫ ਫੈਬਰਰੀ ਟੂ 7th ਆਫ ਫੈਬਰਰੀ ਤੱਕ। ਅਗਲਾ ਹੈਗਾ ਇੰਡੀਅਨ ਪੈਰਾਮਿਲਟਰੀ ਫੋਰਸ 46 ਆਪਣਾ ਰਾਈਜ਼ਿੰਗ ਡੇ ਮਨਾ ਰਹੀ ਹੈ। ਉਸ ਪੈਰਾਮਿਲਟਰੀ ਫੋਰਸ ਦਾ ਨਾਮ ਕੀ ਹੈਗਾ? ਇੰਡੀਅਨ ਕੋਸਟ ਗਾਰਡ। ਚੌਥੇ ਨੰਬਰ ਦੀ ਵਰਲਡ ਦੀ ਸਭ ਤੋਂ ਵੱਡੀ ਸਾਡੀ ਇੰਡੀਅਨ ਕੋਸਟ ਗਾਰਡ ਦੀ ਟੀਮ ਹੈਗੀ ਹੈ। ਐਂਡ ਵਰਲਡ ਵੈਟਲੈਂਡ ਡੇ ਕਦੋਂ ਮਨਾਇਆ ਜਾਂਦਾ ਹੈ? 2nd ਫਰਵਰੀ ਨੂੰ ਮਨਾਇਆ ਜਾਂਦਾ ਹੈ।
ਤੇ ਇਸ ਦੀ ਥੀਮ ਕੀ ਸੀ ਇਸ ਵਾਰ ਦੀ? ਵੈਟਲੈਂਡਸ ਐਕਸ਼ਨ ਫॉर ਪੀਪਲ ਐਂਡ ਨੇਚਰ। ਅੱਗੇ ਸੀ ਅਸੀਂ ਪੜ੍ਹਿਆ ਸੀ ਕਿ ਹਾਰਮਨੀ ਵੀਕ ਕਦੋਂ ਮਨਾਇਆ ਜਾਂਦਾ? 1 ਤੋਂ 7 ਨੂੰ ਮਨਾਇਆ ਜਾਂਦਾ। ਵਰਲਡ ਕੈਂਸਰ ਡੇ ਅਸੀਂ 4th of February ਨੂੰ ਮਨਾਉਂਦੇ ਹਾਂ ਤੇ ਇਹਦੀ ਥੀਮ ਸੀ ਕਲੋਜ਼ ਦੀ ਕੇਅਰ ਗੈਪ। ਅਗਲਾ ਸੀ ਇੰਟਰਨੈਸ਼ਨਲ ਡੇ ਆਫ ਹਿਊਮਨ ਫਰਟੀਨਿਟੀ, ਇਹ ਵੀ ਅਸੀਂ 4 ਫਰਵਰੀ ਨੂੰ ਮਨਾਉਂਦੇ ਹਾਂ। ਇੰਟਰਨੈਸ਼ਨਲ ਡੇ ਆਫ ਜ਼ੀਰੋ ਟੋਲਰੈਂਸ ਫॉर ਫੀਮੇਲ ਜੈਨੀਟੇਸ਼ਨ ਮਿਊਟੇਸ਼ਨ 2021 ਦੀ ਥੀਮ ਕੀ ਸੀ? ਐਕਸਲਰੇਟਿੰਗ ਇਨਵੈਸਟਮੈਂਟ ਟੂ ਐਂਡ ਫੀਮੇਲ ਜੈਨੀਟੇਸ਼ਨ ਮਿਊਟੇਸ਼ਨ। ਅਗਲੀ ਸੀ ਕਿ ਥੀਮ ਕੀ ਸੀ? ਸੇਫ ਇੰਟਰਨੈਟ ਡੇ 2022 ਦੀ, ਟੂਗੈਦਰ ਫॉर ਬੈਟਰ ਇੰਟਰਨੈਟ। ਵਰਲਡ ਪਲਸਿਸ ਡੇ ਕਦੋਂ ਮਨਾਇਆ ਜਾਂਦਾ ਹੈ? 10 ਫਰਵਰੀ ਨੂੰ ਮਨਾਇਆ ਜਾਂਦਾ ਹੈ। ਸੋ ਡੀਵੋਰਮਿੰਗ ਡੇ ਕਦੋਂ ਮਨਾਇਆ ਜਾਂਦਾ ਹੈ? ਇਹ 10 ਫਰਵਰੀ ਨੂੰ ਮਨਾਇਆ ਜਾਂਦਾ ਹੈ। 7th ਇੰਟਰਨੈਸ਼ਨਲ ਡੇ ਆਫ ਵੂਮੈਨਸ ਐਂਡ ਗਰਲਸ ਇਨ ਸਾਇੰਸ 2022, ਇਹਦੀ ਥੀਮ ਕੀ ਸੀ? ਇਕੁਇਟੀ, ਡਾਇਵਰਸਿਟੀ ਐਂਡ ਇਨਕਲੂਜਨ, ਵਾਟਰ ਯੂਨਾਈਟਸ ਅਸ। ਅਗਲਾ ਸੀ ਕਿ ਯੂਨਾਨੀ ਡੇ ਕਦੋਂ ਮਨਾਇਆ ਜਾਂਦਾ ਹੈ? 11 ਫਰਵਰੀ ਨੂੰ ਮਨਾਇਆ ਜਾਂਦਾ ਹੈ ਹਕੀਮ ਅਜਮਲ ਖਾਨ ਦੀ ਯਾਦ ਵਿੱਚ। ਤੇ ਪ੍ਰੋਡਕਟਿਵਿਟੀ ਡੇ 12 ਫਰਵਰੀ ਨੂੰ ਮਨਾਇਆ ਜਾਂਦਾ ਹੈ। ਰੇਡੀਓ ਡੇ ਕਦੋਂ ਮਨਾਇਆ ਜਾਂਦਾ ਹੈ? ਤੇ ਇਹ ਬੇਸਿਕਲੀ ਦਿਨ ਮੰਨਿਆ ਜਾਂਦਾ ਹੈ ਰੇਡੀਓ ਐਂਡ ਟਰਸਟ ਜਿਹੜੇ ਹੈਗੇ ਇਹਦੀ ਥੀਮ ਹੈਗੀ ਹੈ। ਔਰ ਫਸਟ ਟਾਈਮ ਇਸ ਨੂੰ ਯੂਨੈਸਕੋ ਨਾਲ 2011 ਦੇ ਵਿੱਚ ਮਨਾਇਆ ਗਿਆ ਸੀ ਔਰ 36 ਕਾਨਫਰੰਸ ਸੀ ਉਸ ਟਾਈਮ 'ਤੇ। ਸੋ ਇਹ ਸਭ ਯਾਦ ਰੱਖਣਾ ਹੈ। ਅਤੇ ਨੈਸ਼ਨਲ ਵੂਮਨਸ ਡੇ ਮਨਾਇਆ ਜਾਂਦਾ ਹੈ 13 ਫਰਵਰੀ ਦੇ ਦਿਨ, ਅਤੇ ਸਰੋਜਨੀ ਨਾਇਡੂ ਦੀ ਬਰਥ ਐਨੀਵਰਸਰੀ ਸੀ ਇਸ ਦਿਨ। ਇੰਟਰਨੈਸ਼ਨਲ ਐਪੀਲੇਸੀ ਡੇ ਕਦੋਂ ਮਨਾਇਆ ਜਾਂਦਾ ਹੈ? ਇਹ ਵੈਲੈਂਟਾਈਨ ਵਾਲੇ ਦਿਨ, ਦੈਟ ਇਜ਼ 14th of February 2022 ਨੂੰ ਮਨਾਇਆ ਗਿਆ। ਅੱਗੇ ਗੱਲ ਆਉਂਦੀ ਇੰਟਰਨੈਸ਼ਨਲ ਨਿਊਜ਼ ਇੰਡੀਆ ਦੇ ਰਿਗਾਰਡਿੰਗ ਕਿਹੜੀਆਂ ਨੇ। ਅੱਗੇ ਹੈਗੀ ਸਿਹਤ। ਅੱਗੇ ਤੱਕ ਤੋਂ ਕੋਈ ਪੁੱਛੇ ਨਾ ਸਿਹਤ, ਇੱਧਰ ਸਮਝ ਹੀ ਗਏ ਹੋਣੇ ਕਿ ਹੈਲਥ ਦੇ ਨਾਲ ਰਿਲੇਟਡ ਗੱਲ ਹੋਣੀ ਹੈ। ਸੋ ਇਹਦੀ ਫੁੱਲ ਫॉर्म ਕੀ ਹੈ? ਸਰਵਿਸ ਈ ਹੈਲਥ ਅਸਿਸਟੈਂਸ ਐਂਡ ਟੈਲੀ ਕੰਸਲਟੇਸ਼ਨ। ਇਹ ਸਕੀਮ ਹੈਗੀ ਹੈ ਇੰਪਲੀਮੈਂਟਿੰਗ ਬਾਈ ਦੀ ਵਿਚ ਮਿਨਿਸਟਰੀ, ਕਿਹੜੀ ਮਿਨਿਸਟਰੀ ਦੁਆਰਾ ਇੰਪਲੀਮੈਂਟ ਕੀਤੀ ਹੈ? ਜਿਹਦੇ ਵਿੱਚ ਕੀ ਹੁੰਦਾ ਹੈ ਹੋਮ ਡਿਲੀਵਰੀ ਆਫ ਮੈਡੀਸਨਸ ਹੈਜ਼ ਬੀਨ ਸਟਾਰਟਡ। ਇਹਦੇ ਵਿੱਚ ਹੋਮ ਡਿਲੀਵਰੀ ਹੋਏਗੀ ਮੈਡੀਸਨਸ ਦੀ। ਇਹ ਮਿਨਿਸਟਰੀ ਆਫ ਡਿਫੈਂਸ ਦੇ ਦੁਆਰਾ ਸਟਾਰਟ ਕੀਤੀ ਗਈ ਹੈ। ਹਰ ਕੋਈ ਕਹੇਗਾ ਕਿ ਹੈਲਥ ਮਿਨਿਸਟਰੀ ਨੇ ਸਟਾਰਟ ਕੀਤੀ ਹੋਈ ਹੈ, ਲੇਕਿਨ ਤੁਸੀਂ ਗਲਤ ਹੋਵੋਗੇ। ਇਹ ਡਿਫੈਂਸ ਵਾਲਿਆਂ ਨੇ ਸਟਾਰਟ ਕੀਤੀ ਹੈਗੀ ਹੈ, ਪਰ ਇਹ ਹੈਗੀ ਰਿਗਾਰਡਿੰਗ ਹੈਲਥ ਦੇ ਰਿਗਾਰਡਿੰਗ ਹੈ ਕਿ ਮੈਡੀਸਨਸ ਦੀ ਡਿਲੀਵਰੀ ਕੀਤੀ ਜਾਏਗੀ। ਸਿਹਤ ਦਾ ਫੁੱਲ ਫॉर्म ਕੀ ਹੈਗੀ? ਸਰਵਿਸ ਈ ਹੈਲਥ ਅਸਿਸਟੈਂਸ ਐਂਡ ਟੈਲੀ ਕੰਸਲਟੇਸ਼ਨ। ਅੱਗੇ ਹੈਗੀ ਹੈ ਵਿਚ ਹਿਸਟੋਰੀਕਲ ਮੋਨੂਮੈਂਟ ਹੈਜ਼ ਬੀਨ ਫਾਈਨਲਾਈਜ਼ਡ ਫॉर ਦੀ ਨੋਮੀਨੇਸ਼ਨ ਫॉर ਦੀ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਫॉर ਦੀ ਈਅਰ 2022 ਐਂਡ 2023। ਕਹਿੰਦੇ ਕਿ ਯੂਨੈਸਕੋ ਹੈਰੀਟੇਜ ਸਾਈਟ ਵਿੱਚ ਇਹ ਵਾਲੇ ਸੈਸ਼ਨ ਦੇ ਵਿੱਚ ਟਾਈਮ ਜਿਹੜਾ ਕਿ ਈਅਰਸ ਦਿੱਤੇ ਗਏ ਨੇ 2022 ਤੋਂ 2023 ਦੇ ਵਿੱਚ ਕਿਹਨੂੰ ਨੋਮੀਨੇਸ਼ਨ ਦੀ ਫਾਈਨਲਾਈਜ਼ ਕੀਤਾ ਗਿਆ ਹੈ? ਦੈਟ ਇਜ਼ ਹੋਸਾਲਾ ਟੈਂਪਲਸ ਨੂੰ ਫਾਈਨਲਾਈਜ਼ ਕੀਤਾ ਗਿਆ ਹੈ। ਇਸ ਨੂੰ ਟੈਂਟੇਟਿਵ ਲਿਸਟ ਵਿੱਚ ਰੱਖਿਆ ਗਿਆ ਹੈਗਾ। ਕਦੋਂ ਰੱਖਿਆ ਗਿਆ ਹੈ? ਸੋ ਸਿੰਸ April 2014 ਤੋਂ ਰੱਖਿਆ ਜਾ ਰਿਹਾ ਇਹਨੂੰ। ਸੋ ਇਹਨੂੰ ਹੋਪ ਸੋ ਇਸ ਨੂੰ ਵਰਲਡ ਹੈਰੀਟੇਜ ਸਾਈਟ ਵਿੱਚ ਐਡ ਕਰ ਲਿਆ ਜਾਏਗਾ। ਹੋਨਸ਼ੂ ਟੈਂਪਲ ਦੀ ਗੱਲ ਕਰ ਰਹੇ ਹਾਂ। ਅੱਗੇ ਹੈਗਾ ਵਿਚ ਬਾਇਓਡਾਇਵਰਸਿਟੀ ਪਾਰਕ ਆਫ ਇੰਡੀਆ ਹੈਜ਼ ਬੀਨ ਡਿਕਲੇਅਰ ਐਜ਼ ਇੰਡੀਆ ਫਸਟ। ਕਿਹੜਾ ਬਾਇਓਡਾਇਵਰਸਿਟੀ ਪਾਰਕ ਇੰਡੀਆ ਦਾ ਹੈਗਾ ਜਿਹਨੂੰ ਕਿਹਾ ਗਿਆ ਕਿ ਪਹਿਲਾ ਇਹੋ ਜਿਹਾ ਪਾਰਕ ਹੈ ਜਿੱਥੇ ਅਦਰ ਇਫੈਕਟਿਵ ਏਰੀਆ ਬੇਸਡ ਕੰਜ਼ਰਵੇਸ਼ਨ ਮੇਜਰਸ OCEM ਸਾਈਟ ਜਿਹੜੀ ਹੈਗੀ ਆ ਬਾਈ ਦੀ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ, ਇਹ ਨਾਮ ਦਿੱਤਾ ਗਿਆ ਹੈ। ਡਿਕਲੇਅਰ ਕੀਤਾ ਹੈ ਕਿ ਇਹ ਵਾਲੀ ਸਾਈਟ ਕੀ ਹੋਏਗੀ? OCEM ਹੋਏਗੀ। ਕਿਹਨੇ ਡਿਕਲੇਅਰ ਕੀਤਾ? IUCN ਵਾਲਿਆਂ ਨੇ ਡਿਕਲੇਅਰ ਕੀਤਾ ਹੈਗਾ। OCEM ਦੀ ਫੁੱਲ ਫॉर्म ਕੀ ਹੁੰਦੀ ਹੈ? ਅਦਰ ਇਫੈਕਟਿਵ ਏਰੀਆ ਬੇਸਡ ਕੰਜ਼ਰਵੇਸ਼ਨ ਮੇਜਰ। ਸੋ ਅਰਾਵਲੀ ਜਿਹੜੀ ਬਾਇਓਡਾਇਵਰਸਿਟੀ ਪਾਰਕ ਸੀ ਗੁਰੂਗ੍ਰਾਮ ਵਿੱਚ, ਉਸਨੂੰ ਇਹ ਸਟੇਟਸ ਦਿੱਤਾ ਗਿਆ ਹੈ IUCN ਦੇ ਦੁਆਰਾ। Government has approved the Indian Footwear and Leather Development Program. ਗਵਰਨਮੈਂਟ ਨੇ ਕੀ ਅਪਰੂਵ ਕੀਤਾ ਹੈ ਕਿ ਇੰਡੀਅਨ ਲੈਦਰ ਅਤੇ ਫੁੱਟਵੇਅਰ ਜਿਹੜਾ ਡਿਵੈਲਪਮੈਂਟ ਪ੍ਰੋਗਰਾਮ ਹੋਏਗਾ ਇਹਦੀ ਕੰਟੀਨਿਊਸ਼ਨ ਕੀਤੀ ਜਾਏਗੀ 2021-22 ਤੋਂ ਲੈ ਕੇ ਕਦੋਂ ਤੱਕ ਅਸੀਂ ਇਹਦੀ ਕੰਟੀਨਿਊਸ਼ਨ ਰੱਖਾਂਗੇ? 2026 ਤੱਕ ਇਸ ਦੀ ਕੰਟੀਨਿਊਸ਼ਨ ਰੱਖੀ ਜਾਏਗੀ। ਅੱਗੇ ਹੈਗਾ PM ਮੋਦੀ ਜੀ ਅਨਰਿਵੀਲ ਦੀ ਸਟੈਚੂ ਆਫ ਇਕੁਐਲਿਟੀ। ਇਹ ਤਾਂ ਕੁਐਸਚਨ ਪੱਕਾ ਹੈ ਕਿ ਸਟੈਚੂ ਆਫ ਇਕੁਐਲਿਟੀ ਦੇ ਰਿਗਾਰਡਿੰਗ ਹੈਗੇ ਕਿਉਂ ਬਿਕੋਜ਼ ਨਿਊਜ਼ ਵਿੱਚ ਸੀ ਤੇ ਨਵਾਂ ਹੀ ਹੈ। ਸੋ ਇਹ ਕਹਿੰਦੇ PM ਮੋਦੀ ਜੀ ਨੇ ਇਹ ਇਨੋਗ੍ਰੇਟ ਕੀਤਾ ਹੈ ਟੂ ਕਮਰੇਟ ਦੀ 11th century ਭਗਤੀ ਸੰਤ ਸ਼੍ਰੀ ਰਾਮਾਨੁਜਨਚਰਿਆ ਇਨ ਹੈਦਰਾਬਾਦ। ਰਾਮਾਨੁਜਨਚਰਿਆ ਦੇ ਰਿਗਾਰਡਿੰਗ ਇਹ ਸਟੈਚੂ ਬਣਾਇਆ ਗਿਆ ਜਿਸ ਦਾ ਨਾਮ ਹੈ ਸਟੈਚੂ ਆਫ ਇਕੁਐਲਿਟੀ। ਕਿੱਥੇ ਸਥਾਪਿਤ ਕੀਤਾ ਗਿਆ ਹੈ? ਹੈਦਰਾਬਾਦ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ। ਦੀ ਵਰਲਡ ਥਰਡ ਲਾਰਜੈਸਟ ਕ੍ਰਿਕਟ ਸਟੇਡੀਅਮ ਇਜ਼ ਗੋਇੰਗ ਟੂ ਬੀ ਬਿਲਡ ਇਨ ਵਿਚ ਸਿਟੀ ਆਫ ਇੰਡੀਆ। ਕਹਿੰਦੇ ਕਿ ਜਿਹੜੇ ਕਿ ਇੰਡੀਆ ਦਾ ਤੀਜੇ ਨੰਬਰ ਦਾ ਇੰਡੀਆ ਦੇ ਵਿੱਚ ਵਰਲਡ ਦਾ ਤੀਸਰੇ ਨੰਬਰ ਦਾ ਕ੍ਰਿਕਟ ਸਟੇਡੀਅਮ ਲਾਂਚ ਕੀਤਾ ਜਾਏਗਾ। ਕ੍ਰਿਕਟ ਸਟੇਡੀਅਮ ਬਣਾਇਆ ਜਾਏਗਾ। ਕਿੱਥੇ ਬਣਾਇਆ ਜਾਏਗਾ? ਜੈਪੁਰ ਦੇ ਵਿੱਚ ਬਣਾਇਆ ਜਾਏਗਾ। ਪੂਰੀ ਦੁਨੀਆ ਦਾ ਤੀਸਰੇ ਨੰਬਰ ਦਾ ਵੱਡਾ ਸਟੇਡੀਅਮ ਹੋਏਗਾ ਕਿੱਥੇ? ਜੈਪੁਰ ਦੇ ਵਿੱਚ। ਵਿਚ ਇਜ਼ ਸੈਟ ਟੂ ਬੀ ਬਿਕਮ ਦੀ ਫਸਟ ਸਟੇਸ਼ਨ ਟੂ ਬੀ ਰੈਡੀ ਬਿਟਵੀਨ ਮੁੰਬਈ ਐਂਡ ਅਹਿਮਦਾਬਾਦ ਬੁਲੇਟ ਟ੍ਰੇਨ ਰੂਟ। ਮੁੰਬਈ ਤੋਂ ਅਹਿਮਦਾਬਾਦ ਤੱਕ ਇਹ ਬੁਲੇਟ ਟ੍ਰੇਨ ਬਣਾਈ
चलाई जाएगी। सो इत्थे किहड़ा जिहड़ा कि स्टेशन हैगा इहदा बुलेट ट्रेन दा कित्थे बनाया जाएगा। फर्स्ट एक हाई स्पीड रेल प्रोजैक्ट हैगा, इस सूरत दे विच ये रेलवे स्टेशन बनाया जाएगा। पीएम आयुष्मान भारत हेल्थ इंश्योरेंस मिशन will provide support for how many rural health and wellness center in 10 high focus states। so ਕਿੰਨਿਆਂ ਨੂੰ ਇਹ beneficial ਹੋਏਗਾ 17788 ਡਾਟਾ ਇतना ਆਏਗਾ ਨਹੀਂ ਲੇਕਿਨ ਤੁਸੀਂ ਯਾਦ ਜ਼ਰੂਰ ਰੱਖ ਲੈਣਾ। which IIM will establish the country first research chair in ESG in collaboration with the NIIF। ਕਹਿੰਦੇ ਕਿ IIM ਕੀ ਕਰਨਗੇ, ਇਹਦੀ ਫਰਸਟ ਰਿਸਰਚ ਚੇਅਰ ਬਣਾਉਣਗੇ। ਸੋ ਕਿਹਦੇ ਨਾਲ ਕੋਲੈਬੋਰੇਸ਼ਨ ਚੱਲ ਰਹੀ ਹੈ ਕਿ ਨੈਸ਼ਨਲ ਇਨਵੈਸਟਮੈਂਟ ਐਂਡ ਇਨਫਰਾਸਟਰਕਚਰ ਫੰਡ ਲਿਮਟਿਡ ਦੇ ਨਾਲ। ਕਿਹੜੀ IIM ਚੂਜ਼ ਕੀਤੀ ਹੈ ਇਹਨਾਂ ਨੇ, IIM ਅਹਿਮਦਾਬਾਦ ਚੂਜ਼ ਕੀਤੀ ਹੈ ਇਸ ਰਿਸਰਚ ਦੇ ਰਿਗਾਰਡਿੰਗ। ਦੀ ਸੈਂਟਰਲ ਗਵਰਨਮੈਂਟ ਹੈਜ਼ ਡਿਸਾਈਡਡ ਟੂ ਕੰਟੀਨਿਊ ਦੀ ਸਕੀਮ। ਸੈਂਟਰਲ ਗਵਰਨਮੈਂਟ ਨੇ ਕੀ ਕਿਹਾ ਸੀ, ਇਸ ਸਕੀਮ ਨੂੰ ਕੰਟੀਨਿਊ ਰੱਖਾਂਗੇ। ਸਕੀਮ ਦਾ ਨਾਮ ਕੀ ਹੈਗਾ, RYSK, ਦੈਟ ਇਜ਼ ਰਾਸ਼ਟਰੀ ਯੁਵਾ ਸਸ਼ਕਤੀਕਰਨ कार्यक्रम for 5 years। कहते 5 साल तक इस स्कीम ਨੂੰ ਕੰਟੀਨਿਊ ਕੀਤਾ ਜਾਏਗਾ। ਐਂਡ ਇਗਲੂ कैफे ਦਾ ਹੋਰ ਨਾਮ ਕੀ ਹੈਗਾ, ਸਨੋ ਗਲੂ। claim to the world largest cafe of its main kind। ਕਹਿੰਦੇ ਕਿ ਮੰਨਿਆ ਜਾਏਗਾ ਕਿ ਵਰਲਡ ਦਾ ਲਾਰਜੈਸਟ ਕੈਫੇ ਹੋਏਗਾ, ਕਿੱਥੇ ਓਪਨ ਕੀਤਾ ਜਾਏਗਾ, ਜੰਮੂ ਐਂਡ ਕਸ਼ਮੀਰ ਦੇ ਵਿੱਚ। What is the theme of ASEAN India High Level Conference on Renewable Energy being organized by Ministry of New and Renewable Energy and the Ministry of External Affairs Government of India। ਕਹਿੰਦੇ ਕਿ ਬੇਸਿਕਲੀ ਕੀ ਪੁੱਛਿਆ ਕਿ ਜੋ ਆਸੀਅਨ ਦੀ ਸਮਿਟ ਹੋਣੀ ਹੈ ਹੁਣ ਜਿਹੜੀ, ਉਹਦੀ ਥੀਮ ਕੀ ਹੈਗੀ ਹੈ, ਦੈਟ ਇਜ਼ ਐਕਸਪੀਰੀਅੰਸ ਇਨੋਵੇਸ਼ਨ ਫॉर ਇੰਟੀਗ੍ਰੇਟਡ ਰੀਨਿਊਏਬਲ ਮਾਰਕੀਟ। ਸੋ ਰੀਨਿਊਏਬਲ ਵਗੈਰਾ ਇਹਦੇ ਵਿੱਚ ਵਰਡ ਜਿੱਥੇ ਆਏਗਾ ਤੁਸੀਂ ਉਹਨੂੰ ਟਿਕ ਲਗਾ ਦੇਣਾ। ਇੱਕ ਵਾਰ ਫਿਰ ਤੋਂ ਰਿਪੀਟ ਕਰਦੇ ਹਾਂ, ਆਸੀਅਨ ਦੀ ਕੀ ਸਾਡੀ ਥੀਮ ਹੈਗੀ ਹੈ, ਐਕਸਪੀਰੀਅੰਸ ਐਂਡ ਇਨੋਵੇਸ਼ਨ ਫॉर ਇੰਟੀਗ੍ਰੇਟਡ ਰੀਨਿਊਏਬਲ ਮਾਰਕੀਟ। ਅੱਗੇ ਹੈਗਾ US ਏਜੰਸੀ ਫॉर ਇੰਟਰਨੈਸ਼ਨਲ ਡਿਵੈਲਪਮੈਂਟ। US ਦੀ ਏਜੰਸੀ ਜਿਹੜੀ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਰਿਗਾਰਡਿੰਗ ਕੰਮ ਕਰਦੀ ਹੈਗੀ ਹੈ, ਉਹਨੇ ਪਾਰਟਨਰ ਕੀਤੀ ਹੈ ਕਿਸ ਆਰਗੇਨਾਈਜੇਸ਼ਨ ਦੇ ਨਾਲ, ਕਿਸ ਸਕੀਮ ਦੇ ਅੰਡਰ। ਉਸ ਆਰਗੇਨਾਈਜੇਸ਼ਨ ਪਹਿਲੇ ਯਾਦ ਕਰ ਲੈਣੇ ਕਿ ਨੀਤੀ ਆਯੋਗ ਦੇ ਨਾਲ ਕਿੰਨੇ ਕੀਤਾ ਹੈ, US ਏਜੰਸੀ ਦੀ ਇੰਟਰਨੈਸ਼ਨਲ ਡਿਵੈਲਪਮੈਂਟ ਨੇ ਪਾਰਟਨਰਸ਼ਿਪ ਕੀਤੀ ਹੈ। ਸਕੀਮ ਦਾ ਨਾਮ ਹੈਗਾ ਸਮਰਿੱਧ ਸਕੀਮ ਹੈਗੀ ਹੈ। ਕਿਉਂ ਬਣਾਈ ਗਈ ਹੈ ਕਿ ਅਸੀਂ ਕੀ ਕਰੀਏ, ਐਕਸਲਰੇਟ ਕਰੀਏ ਹੈਲਥ ਇਨੋਵੇਸ਼ਨ ਨੂੰ। ਇੰਟਰਪ੍ਰੀਨਿਓਰਸ਼ਿਪ ਕੀਤੀ ਹੈ ਕਿ ਐਕਸਲਰੇਟ ਕਰੀਏ ਅਸੀਂ ਹੈਲਥ ਇਨੋਵੇਸ਼ਨ ਐਂਡ ਇੰਟਰਨੈਸ਼ਨਲ ਇਨ ਇੰਡੀਆ। ਮਤਲਬ ਕਿ ਹੈਲਥ ਰਿਗਾਰਡਿੰਗ ਇਹ ਨਵੇਂ ਕੰਮ ਕਰਨਗੇ। ਸੋ ਇੰਟਰਨੈਸ਼ਨਲ ਜਿਹੜੀ ਕਿ ਡਿਵੈਲਪਮੈਂਟ ਏਜੰਸੀ ਸੀ US ਦੀ, ਉਹਨਾਂ ਨੇ ਕਿਹਦੇ ਨਾਲ ਕੋਲੈਬੋਰੇਸ਼ਨ ਕੀਤੀ ਹੈ, ਨੀਤੀ ਆਯੋਗ ਦੇ ਨਾਲ ਕੋਲੈਬੋਰੇਸ਼ਨ ਕੀਤੀ ਹੈਗੀ ਹੈ। which has become the first UT to be integrated with the national single window system। ਕਹਿੰਦੇ ਕਿ ਕਿਹੜੀ UT ਹੈਗੀ ਜਿਹਨੇ ਇੰਟੀਗ੍ਰੇਸ਼ਨ ਹੋਈ ਹੈ ਨੈਸ਼ਨਲ ਸਿੰਗਲ ਵਿੰਡੋ ਸਿਸਟਮ ਦੇ ਨਾਲ। ਜੰਮੂ ਐਂਡ ਕਸ਼ਮੀਰ ਦੇ ਰਿਗਾਰਡਿੰਗ ਗੱਲ ਕੀਤੀ ਜਾ ਰਹੀ ਹੈ ਇੱਥੇ। ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਹੈਜ਼ ਬੀਨ ਐਕਸਟੈਂਡਡ ਟਿਲ। ਕਹਿੰਦੇ ਕਿ ਪ੍ਰਧਾਨ ਮੰਤਰੀ ਸੰਪਦਾ ਯੋਜਨਾ ਕਦੋਂ ਤੱਕ ਅਸੀਂ ਸਕੀਮ ਨੂੰ ਚਲਾਵਾਂਗੇ, ਦੈਟ ਇਜ਼ 2026 ਤੱਕ ਹੋਰ ਚਲਾਵਾਂਗੇ ਅਸੀਂ ਇਹਨੂੰ। which organization has organized exclusive international business expo titled as ਇੰਡੀਆ ਟੈਲੀਕਾਮ 2022। ਕਹਿੰਦੇ ਕਿ ਬਿਜ਼ਨਸ ਐਕਸਪੋ ਮਨਾਈ ਜਾ ਰਹੀ ਹੈ ਜਿਹਦਾ ਨਾਮ ਹੈਗਾ ਇੰਡੀਆ ਟੈਲੀਕਾਮ 2022। ਇਹ ਕਿਹੜੀ ਆਰਗੇਨਾਈਜੇਸ਼ਨ ਜਿਹੜੀ ਕਿ ਲਾਂਚ ਕਰੀ ਹੈ ਇਸ ਚੀਜ਼ ਨੂੰ। ਸੋ ਜਿਵੇਂ ਦੀ ਥੀਮ ਹੈਗੀ, ਜਿਵੇਂ ਦਾ ਕੰਮ ਹੈਗਾ, ਉਵੇਂ ਹੀ ਆਰਗੇਨਾਈਜੇਸ਼ਨ ਦਾ ਨਾਮ ਹੈਗਾ, ਦੈਟ ਇਜ਼ ਟੈਲੀਕਾਮ ਇਕਵਿਪਮੈਂਟ ਸਰਵਿਸ ਐਕਸਪੋਰਟ ਪ੍ਰਮੋਸ਼ਨ ਕਾਊਂਸਿਲ। ਸੋ ਅੱਗੇ ਹੈਗੀ ਆਯੁਸ਼ ਮਿਨਿਸਟਰ ਦਾ ਨਾਮ ਕੀ ਹੈਗਾ, ਸਰਬਾਨੰਦ ਸੋਨੋਵਾਲ ਜੀ। ਲੌਂਚਡ ਏ ਡੈਡੀਕੇਟਡ ਸਟੋਰ ਫਰੰਟ ਫॉर ਆਯੁਰਵੈਦਿਕ ਪ੍ਰੋਡਕਟ। ਉਹਨਾਂ ਨੇ ਕੀ ਕੀਤਾ ਹੈ ਕਿ ਸਟੋਰ ਲਾਂਚ ਕਰਨਗੇ ਆਯੁਰਵੈਦਿਕ ਪ੍ਰੋਡਕਟ ਦੇ ਰਿਗਾਰਡਿੰਗ। ਸੋ ਕਿਹੜੇ ਪਲੇਟਫਾਰਮ ਦੇ ਨਾਲ ਉਹਨਾਂ ਨੇ ਕੋਲੈਬੋਰੇਸ਼ਨ ਕੀਤੀ ਹੈ, ਦੈਟ ਇਜ਼ ਐਮਾਜ਼ੋਨ ਦੇ ਨਾਲ ਉਹਨਾਂ ਨੇ ਕੋਲੈਬੋਰੇਸ਼ਨ ਕੀਤੀ ਹੈਗੀ ਹੈ। ਅੱਗੇ ਨਿਊਜ਼ ਹੈ ਕਿ ਅਟਲ ਟਨਲ ਹੈਜ਼ ਆਫੀਸ਼ੀਅਲੀ ਬੀਨ ਸਰਟੀਫਾਈਡ ਬਾਈ ਦੀ ਵਰਲਡ ਬੁੱਕ ਆਫ ਰਿਕਾਰਡਸ। ਵਰਲਡ ਬੁੱਕ ਆਫ ਰਿਕਾਰਡਸ ਨੇ ਵੀ ਇਹਨੂੰ ਸਰਟੀਫਾਈਡ ਕਰ ਦਿੱਤਾ ਹੈ ਅਟਲ ਟਨਲ ਨੂੰ। ਇਹ ਕੀ ਹੋਏਗੀ, ਵਰਲਡ ਲੌਂਗੈਸਟ ਹਾਈਵੇ ਟਨਲ ਅਬਵ 10,000 ਫੀਟ। ਕਹਿੰਦੇ ਦੁਨੀਆ ਦੀ ਸਭ ਤੋਂ ਵੱਡੀ ਟਨਲ ਹੋਏਗੀ, ਲੰਬੀ ਟਨਲ ਹੋਏਗੀ। ਸੋ ਇਹਦੀ ਲੈਂਥ ਕਿੰਨੀ ਹੈਗੀ, 9 ਕਿਲੋਮੀਟਰ, 9.02 ਕਿਲੋਮੀਟਰ ਦੀ ਲੈਂਥ ਹੈਗੀ ਹੈ। ਕਿਸ ਦੀ ਗੱਲ ਕਰ ਰਹੇ ਹਾਂ ਅਸੀਂ, ਅਟਲ ਟਨਲ ਦੀ ਗੱਲ ਕਰ ਰਹੇ ਹਾਂ। ਐਜ਼ ਪਰ ਵੂਮਨ ਇਨ ਦੀ ਬੋਰਡਰੂਮ ਰਿਪੋਰਟ। ਕਹਿੰਦੇ ਕਿ ਬੋਰਡਰੂਮ ਰਿਪੋਰਟ, ਵੂਮਨਸ ਇਨ ਬੋਰਡਰੂਮ ਰਿਪੋਰਟ ਦੇ ਰਿਗਾਰਡਿੰਗ ਰਿਲੀਜ਼ਡ ਬਾਈ ਦੀ ਕਿਹਦੇ ਦੁਆਰਾ ਰਿਲੀਜ਼ ਕੀਤੀ ਜਾਂਦੀ ਹੈ, Deloitte Global। ਵਟ ਇਜ਼ ਦ ਪਰਸੈਂਟੇਜ ਆਫ ਵੂਮਨ ਰਿਪਰੈਜ਼ੈਂਟੇਸ਼ਨ ਆਫ परसेंटेज ਜਿਹੜੀਆਂ ਕਿ ਵੂਮਨਸ ਰਿਪਰੈਜ਼ੈਂਟ ਕਰਦੇ ਆ, ਦੈਟ ਇਜ਼ 17% ਹੈਗੇ ਆ। ਬਟ ਇਸ ਇੰਡੀਆ ਰੈਂਕਿੰਗ 9th ਐਨੂਅਲ ਰੈਂਕਿੰਗ ਆਫ ਟੋਪ 10 ਕੰਟਰੀਜ਼। ਕਹਿੰਦੇ ਕਿ 9th ਜਿਹੜੀ ਚੱਲ ਰਹੀ ਹੈ, 9ਵੀਂ ਵਾਰ ਚੱਲ ਰਹੀ ਹੈਗੀ ਹੈ, ਐਨੂਅਲ ਰੈਂਕਿੰਗ ਚੱਲ ਰਹੀ ਹੈ 10 ਕੰਟਰੀਜ਼ ਦੀ। US ਫॉर ਲੀਡਿੰਗ ਇਨ ਐਨਰਜੀ ਐਂਡ
ਇਨਵਾਇਰਮੈਂਟਲ ਡਿਜ਼ਾਈਨ ਲੀਡ ਦੁਆਰਾ ਹੈਗੀ ਹੈ। 2021 ਰਿਲੀਜ਼ਡ ਬਾਈ ਦ US ਗ੍ਰੀਨ ਬਿਲਡਿੰਗ ਕਾਉਂਸਿਲ। ਸੋ 3rd ਨੰਬਰ ਤੇ ਇੰਡੀਆ ਦੀ ਰੈਂਕਿੰਗ ਕਿੰਨੇ ਨੰਬਰ ਤੇ ਹੈਗੀ ਹੈ? 3rd ਨੰਬਰ ਤੇ ਹੈਗੀ ਹੈ। What is the India rank in economics इंटैलीजेंस यूनिट डेमोक्रेसी इंडैक्स? डेमोक्रेसी इंडैक्स ਦੇ ਰਿਗਾਰਡਿੰਗ ਗੱਲ ਕੀਤੀ ਜਾ ਰਹੀ ਕਿ ਕਿਸ ਜਗ੍ਹਾ ਤੇ ਕਿੰਨੀ ਕੁ ਜ਼ਿਆਦਾ ਡੈਮੋਕ੍ਰੇਸੀ ਹੈਗੀ ਹੈ। ਸੋ ਉਹਦੇ ਰਿਗਾਰਡਿੰਗ ਰੈਂਕਿੰਗ ਹੈਗੀ ਹੈ। ਤੁਸੀਂ ਰਿਪੋਰਟ ਦਾ ਨਾਮ ਯਾਦ ਰੱਖਣਾ, ਦੈਟ ਇਜ਼ ਇਕੋਨੋਮਿਕਸ ਇੰਟੈਲੀਜੈਂਸ ਯੂਨਿਟ ਡੈਮੋਕ੍ਰੇਸੀ ਇੰਡੈਕਸ 2021। ਸੋ ਇੰਡੀਆ ਦੀ ਰੈਂਕਿੰਗ ਕਿੰਨੀ ਹੈਗੀ ਹੈ? 46ਵੇਂ ਨੰਬਰ ਤੇ ਇੰਡੀਆ ਦੀ ਰੈਂਕਿੰਗ ਹੈਗੀ ਹੈ। ਤੁਸੀਂ ਜ਼ਰੂਰ ਯਾਦ ਰੱਖਣਾ। ਅਗਰ ਤੁਹਾਨੂੰ ਨਹੀਂ ਯਾਦ ਹੁੰਦਾ, ਇੱਕ ਤਰੀਕਾ ਦੱਸਦੀ ਹਾਂ, ਜਿਵੇਂ ਕਿ ਸਾਡੀ ਜਿਹੜਾ ਪੰਜਾਬ ਕਦੋਂ ਆਜ਼ਾਦ ਹੋਇਆ ਸੀ, 1947 ਨੂੰ ਆਜ਼ਾਦ ਹੋਇਆ ਸੀ। ਇੱਕ ਸਾਲ ਪਿੱਛੇ ਕਰ ਲਓ, ਮਤਲਬ ਕਿ ਡੈਮੋਕ੍ਰੇਸੀ ਇੱਕ ਸਾਲ ਪਹਿਲਾਂ ਆ ਗਈ। ਇੱਦਾਂ ਯਾਦ ਰੱਖ ਲਓ ਕਿ 46ਵੇਂ ਨੰਬਰ ਤੇ ਇੰਡੀਆ ਦੀ ਰੈਂਕਿੰਗ ਹੈਗੀ ਹੈ ਡੈਮੋਕ੍ਰੇਸੀ ਦੇ ਰਿਗਾਰਡਿੰਗ। ਦੀ ਰਿਪੋਰਟ ਡਿਸਕ੍ਰਾਈਬ ਦੀ ਸਟੇਟ ਆਫ ਡੈਮੋਕ੍ਰੇਸੀ ਇਨ 165 ਕੰਟਰੀਜ਼। ਟੋਟਲ ਕਿੰਨੀਆਂ ਕੰਟਰੀਜ਼ ਇਹਦੇ ਵਿੱਚ ਪਾਰਟੀਸਪੇਟ ਕੀਤੀਆਂ ਨੇ? 165 ਕੰਟਰੀਜ਼ ਨੇ ਪਾਰਟੀਸਪੇਟ ਕੀਤਾ ਹੈ ਤੇ ਇੰਡੀਆ ਦੇ ਵਿੱਚ 45ਵੇਂ ਨੰਬਰ ਤੇ ਹੈਗਾ, 46ਵੇਂ ਨੰਬਰ ਤੇ ਹੈਗਾ ਹੈ। ਰੀਸੈਂਟਲੀ ਹੈਲਡ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਕਹਿੰਦੇ ਕਿ ਹੁਣੀ ਜੀ ਕੀ ਹੋਇਆ ਸੀ, ਮੁੰਬਈ ਫਿਲਮ ਫੈਸਟੀਵਲ ਜਿਹੜਾ ਰੱਖਿਆ ਗਿਆ ਫॉर ਡਾਕੂਮੈਂਟਰੀ ਸ਼ਾਰਟ ਫਿਕਸ਼ਨ ਐਨੀਮੇਸ਼ਨ ਫਿਲਮਸ ਵਿਚ ਐਡੀਸ਼ਨ ਆਫ ਦੀ ਫੀਲਡ। ਕਹਿੰਦੇ ਕਿੰਨਵਾਂ ਐਡੀਸ਼ਨ ਚੱਲ ਰਿਹਾ ਸੀ ਇਹਨਾਂ ਦਾ? 17ਵਾਂ ਐਡੀਸ਼ਨ ਚੱਲ ਰਿਹਾ ਸੀ ਮੁੰਬਈ ਜਿਹੜੀਆਂ ਫਿਲਮਸ ਇੰਟਰਨੈਸ਼ਨਲ ਫਿਲਮ ਦਾ ਜਿਹੜਾ ਡਾਕੂਮੈਂਟਰੀ ਤੌਰ ਤੇ ਸੀ ਜਿਹੜਾ ਸਮਾਗਮ ਰੱਖਿਆ ਗਿਆ ਉਹਦੇ ਰਿਗਾਰਡਿੰਗ ਗੱਲ ਕਰ ਰਹੇ ਹਾਂ। ਬਾਈ ਵਿਚ ਈਅਰ ਇੰਡੀਆ ਵਿਲ ਅਚੀਵ ਜ਼ੀਰੋ ਡੀਜ਼ਲ ਯੂਜ਼। ਕਹਿੰਦੇ ਕਿ ਕਦੋਂ ਸਾਡਾ ਟਾਰਗੇਟ ਪੂਰਾ ਹੋਏਗਾ ਕਿ ਅਸੀਂ ਜ਼ੀਰੋ ਡੀਜ਼ਲ ਤੇ ਰਵਾਂਗੇ ਇਨ ਐਗਰੀਕਲਚਰ ਰਿਪਲੇਸ। ਐਗਰੀਕਲਚਰ ਦੇ ਵਿੱਚ ਅਸੀਂ ਕੋਈ ਡੀਜ਼ਲ ਨੂੰ ਅਸੀਂ ਨਹੀਂ ਯੂਜ਼ ਕਰਾਂਗੇ ਐਂਡ ਅਸੀਂ ਕੀ ਰਿਪਲੇਸ ਕਰਾਂਗੇ? ਫੋਸਿਲ ਫਿਊਲ ਨੂੰ ਅਸੀਂ ਰੀਨਿਊਏਬਲ ਐਨਰਜੀ ਦੇ ਨਾਲ ਅਸੀਂ ਰਿਪਲੇਸ ਕਰ ਦਾਂਗੇ। ਟਾਰਗੇਟ ਹੈਗਾ ਸਾਡਾ 2024 ਦਾ। ਯਾਦ ਰੱਖਣਾ ਹੈ ਕਿੰਨਵਾਂ ਟਾਰਗੇਟ ਹੈ? 2024 ਦਾ ਟਾਰਗੇਟ ਹੈਗਾ। ਅੱਗੇ ਹੈਗਾ ਕਾਮਿੰਗ ਸੈਕਟਰ ਇਜ਼ ਲੋਕੇਟਡ ਇਨ ਵਿਚ ਸਟੇਟ। ਜਿਹੜਾ ਕਾਮਿੰਗ ਸੈਕਟਰ ਹੈ ਉਹ ਕਿਸ ਸਟੇਟ ਵਿੱਚ ਲੋਕੇਟਡ ਹੈਗਾ? ਵੇਅਰ 7 ਆਰਮੀ ਪਰਸਨਲ ਡਾਈਟਸ ਇਨ ਐਵਲਾਂਚ ਵਿੱਚ। ਐਵਲਾਂਚ ਵਿੱਚ 7 ਪਰਸਨ ਡਾਈਟ ਹੋ ਗਏ ਸਨ। ਕਿਹੜੇ ਸੈਕਟਰ ਦੀ ਗੱਲ ਕਰ ਰਹੇ? ਕਾਮਿੰਗ ਸੈਕਟਰ ਦੀ ਗੱਲ ਕਰ ਰਹੇ। ਕਿੱਥੇ ਹੈਗਾ? ਅਰੁਣਾਚਲ ਪ੍ਰਦੇਸ਼ ਵਿੱਚ ਹੈਗਾ ਹੈ। ਹੁਣ ਇਹ ਸੀ ਸਾਰੀਆਂ ਇੰਡੀਆ ਦੀ ਨਿਊਜ਼। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰੀਆਂ ਨਿਊਜ਼ ਰਿਵਾਈਜ਼ ਕਰਾ ਦਿੰਦੇ ਹਾਂ ਬਿਕੋਜ਼ ਰਿਵੀਜ਼ਨ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਸਭ ਕੁਝ ਭੁੱਲ ਜਾਓਗੇ ਅਗਰ ਰਿਵੀਜ਼ਨ ਨਹੀਂ ਹੋਏਗੀ। ਸਭ ਤੋਂ ਪਹਿਲੀ ਨਿਊਜ਼ ਸੀ ਸਾਡੀ ਸਿਹਤ ਜਿਹੜੀ ਹੈਗੀ ਸਕੀਮ ਕਿਹਨੇ ਲਾਂਚ ਕੀਤੀ ਹੈ? ਮਿਨਿਸਟਰੀ ਡਿਫੈਂਸ ਨੇ ਲਾਂਚ ਕੀਤੀ ਹੈ। ਅੱਗੇ ਹੈਗਾ ਕਿ ਯੂਨੈਸਕੋ ਦੀ ਲਿਸਟ ਵਿੱਚ ਕਿਹੜੇ ਮੋਨੂਮੈਂਟ ਨੂੰ ਰੱਖਿਆ ਗਿਆ ਹੈਗਾ? ਹੋਂਸ਼ਿਓ ਟੈਂਪਲਸ ਨੂੰ ਰੱਖਿਆ ਗਿਆ ਹੈਗਾ। ਅੱਗੇ ਸੀ ਕਿ UNCN ਨੇ ਇੰਟਰਨੈਸ਼ਨਲ ਯੂਨੀਅਨ ਫॉर ਕੰਜ਼ਰਵੇਸ਼ਨ ਆਫ ਨੇਚਰ ਨੇ ਕੀ ਕੀਤਾ ਹੈ ਕਿ ਇੱਕ ਬਾਇਓਡਾਇਵਰਸਿਟੀ ਪਾਰਕ ਨੂੰ ਇੱਕ ਸਟੇਟਸ ਦਿੱਤਾ ਹੈ ਕਿ ਉਹਨੂੰ ਅਸੀਂ ਇਸ ਨਾਮ ਤੋਂ ਵੀ ਜਾਣਾਂਗੇ। ਉਹਦਾ ਨਾਮ ਹੈਗਾ OECM, ਦੈਟ ਇਜ਼ ਅਦਰ ਇਫੈਕਟਿਵ ਏਰੀਆ ਪੇਅਰਸ ਕੰਜ਼ਰਵੇਸ਼ਨ ਮੇਜਰ। ਸੋ ਇਹ ਕਿਸ ਚੀਜ਼ ਨੂੰ ਨਾਮ ਦਿੱਤਾ ਗਿਆ? ਅਰਾਵਲੀ ਬਾਇਓਡਾਇਵਰਸਿਟੀ ਪਾਰਕ ਦਾ ਗੁਰੂਗ੍ਰਾਮ ਵਿੱਚ ਉਸਨੇ ਨਾਮ ਦਿੱਤਾ ਗਿਆ ਹੈਗਾ। ਸੋ ਅੱਗੇ ਸੀ ਕਿ ਇੰਡੀਆ ਨੇ ਕੀ ਕੀਤਾ ਹੈਗਾ? ਫੁੱਟਵੇਅਰ ਐਂਡ ਲੈਦਰ ਡਿਵੈਲਪਮੈਂਟ ਪ੍ਰੋਗਰਾਮ ਲਾਂਚ ਕੀਤਾ। ਕਹਿੰਦੇ ਅਸੀਂ ਕਦੋਂ ਤੱਕ ਅਸੀਂ ਇਹਨੂੰ ਕੰਟੀਨਿਊਸ਼ਨ ਵਿੱਚ ਰੱਖਾਂਗੇ? 2026 ਤੱਕ ਇਸ ਨੂੰ ਕੰਟੀਨਿਊਸ਼ਨ ਵਿੱਚ ਰੱਖਾਂਗੇ। PM ਮੋਦੀ ਨੇ ਸਟੈਚੂ ਆਫ ਯੂਨਿਟੀ ਲਾਂਚ ਕੀਤਾ ਹੈਗਾ। ਸੋ ਇਹ ਕਿੱਥੇ ਹੈਗਾ? ਹੈਦਰਾਬਾਦ ਦੇ ਵਿੱਚ ਹੈਗਾ। ਕਿਹਦੇ ਰਿਗਾਰਡਿੰਗ ਸਟੈਚੂ ਬਣਾਇਆ ਗਿਆ? ਰਾਮਾਨੁਚਾਰਿਆ ਦੇ ਰਿਗਾਰਡਿੰਗ, ਇਹ ਰਾਮਾਨੁਜਨ ਦੇ ਰਿਗਾਰਡਿੰਗ ਇਹ ਬਣਾਇਆ ਗਿਆ ਹੈਗਾ। ਸੋ ਪੂਰੇ ਵਰਲਡ ਦਾ 3rd ਨੰਬਰ ਤੇ ਕ੍ਰਿਕਟ ਸਟੇਡੀਅਮ ਬਣਾਇਆ ਗਿਆ ਜੈਪੁਰ ਦੇ ਵਿੱਚ। ਸੋ ਅੱਗੇ ਸੀ ਕਿ ਬੁਲੇਟ ਟ੍ਰੇਨ ਬਣਾਈ ਜਾਏਗੀ। ਉਹਦਾ ਪਲੇਟਫਾਰਮ ਅਹਿਮਦਾਬਾਦ ਮੁੰਬਈ ਟੂ ਅਹਿਮਦਾਬਾਦ ਚਲੇਗੀ। ਉਹਦਾ ਰੇਲਵੇ ਸਟੇਸ਼ਨ ਕਿੱਥੇ ਬਣਾਇਆ ਗਿਆ? ਸੂਰਤ ਵਿੱਚ ਬਣਾਇਆ ਜਾਏਗਾ। ਸੋ ਆਯੁਸ਼ਮਾਨ ਭਾਰਤ ਦੇ ਸਕੀਮ ਦੇ ਅੰਡਰ ਕਿੰਨੇ ਰੂਰਲ ਹੈਲਥ ਵੈਲਨੈਸ ਸੈਂਟਰ ਬਣਾਏ ਜਾਣਗੇ? 78788 ਸੈਂਟਰ ਬਣਾਏ ਜਾਣਗੇ। ਅੱਗੇ ਸੀ ਕਿ ਕਿਹੜੀ IIM ਚੂਜ਼ ਕੀਤੀ ਗਈ ਹੈ ਰਿਸਰਚ ਦੇ ਰਿਗਾਰਡਿੰਗ? ਅਹਿਮਦਾਬਾਦ। ਅੱਗੇ ਸੈਂਟਰਲ ਗਵਰਨਮੈਂਟ ਹੈਜ਼ ਕੰਟੀਨਿਊਡ, ਜਿਹੜੇ ਕਿ ਸੈਂਟਰਲ ਗਵਰਨਮੈਂਟ ਨੇ ਕਿਹਾ ਕਿ ਇਸ ਜਿਹੜੀ ਸਕੀਮ ਹੈ ਨਾ RVSK, ਦੈਟ ਇਜ਼ ਰਾਸ਼ਟਰੀ ਯੁਵਾ ਸਸ਼ਕਤੀਕਰਨ ਕਾਰਿਆਕ੍ਰਮ, ਇਹ 5 ਸਾਲਾਂ ਤੱਕ ਅਸੀਂ ਇਹਨੂੰ ਬਣਾਵਾਂਗੇ, ਐਕਸਟੈਂਡ ਕਰਾਂਗੇ ਇਸ ਨੂੰ। ਅੱਗੇ ਇਗਨੂ ਕੈਫੇ ਕਿੱਥੋਂ ਦਾ ਹੈਗਾ? ਜੰਮੂ ਐਂਡ JNK ਦਾ ਹੈਗਾ। ਆਸੀਆਨ ਦੀ ਥੀਮ ਕੀ ਸੀ? ਐਕਸਪੀਰੀਅੰਸ ਐਂਡ ਇਨੋਵੇਸ਼ਨ ਫॉर ਇੰਟੀਗ੍ਰੇਟਡ ਰਿਨਿਊਏਬਲ ਮਾਰਕੀਟ। UN ਏਜੰਸੀ ਫॉर ਇੰਟਰਨੈਸ਼ਨਲ ਡਿਵੈਲਪਮੈਂਟ ਨੇ ਕਿਹਦੇ ਨਾਲ ਆਪਣੀ ਕੋਲੈਬੋਰੇਸ਼ਨ ਕੀਤੀ ਹੈ? ਨੀਤੀ ਆਯੋਗ ਦੇ ਨਾਲ। ਕਿਸ ਸਕੀਮ ਦੇ ਰਿਗਾਰਡਿੰਗ? ਸਮਰਿੱਧੀ ਸਕੀਮ ਦੇ ਰਿਗਾਰਡਿੰਗ, ਜਿਹੜੀ ਕਿਸ ਚੀਜ਼ ਦੇ ਨਾਲ ਰਿਲੇਟਡ ਹੈਗੀ ਹੈ? ਹੈਲਥ ਇਨੋਵੇਸ਼ਨ ਦੇ ਰਿਗਾਰਡਿੰਗ ਹੈਗੀ ਹੈ। ਸੋ ਉਸ UT ਦਾ ਨਾਮ ਦੱਸੋ ਜਿਹਨੇ ਕਿਹੜੀ ਸਕੀਮ ਚਲਾਈ ਹੈ? ਨੈਸ਼ਨਲ ਸਿੰਗਲ ਵਿੰਡੋ ਸਿਸਟਮ JNK ਨੇ ਚਲਾਈ ਹੈਗੀ ਹੈ। ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਕਦੋਂ ਤੱਕ ਅਸੀਂ ਐਕਸਟੈਂਡ ਕੀਤੀ ਗਈ ਹੈ? ਪ੍ਰਧਾਨ ਮੰਤਰੀ ਸੰਪਦਾ ਯੋਜਨਾ ਅਸੀਂ 2026 ਤੱਕ ਅਸੀਂ ਐਕਸਟੈਂਡ ਕਰ ਰਹੇ ਹਾਂ ਇਸ ਚੀਜ਼ ਨੂੰ। ਸੋ ਅੱਗੇ ਇਸ ਚੀਜ਼ ਅਗਲੀ ਨਿਊਜ਼ ਹੈਗੀ ਆ ਆਯੁਸ਼ ਮਿਨਿਸਟਰ ਸਨ ਸਰਬਾਨੰਦ ਸੋਨੋਵਾਲ ਜੀ। ਉਹਨਾਂ ਨੇ ਲਾਂਚ ਕੀਤਾ ਇੱਕ ਪਲੇਟਫਾਰਮ ਜਿਹਦੇ ਵਿੱਚ ਉਹ ਕੀ ਕਰਨਗੇ? ਆਯੁਰਵੈਦਿਕ ਪ੍ਰੋਡਕਟਸ ਨੂੰ ਉਹ ਲਾਂਚ ਕਰਨਗੇ। ਇਹਦਾ ਨਾਮ ਹੈਗਾ
ਐਮਾਜ਼ੋਨ ਦੇ ਨਾਲ ਉਹਨਾਂ ਨੇ ਕੋਲੈਬੋਰੇਸ਼ਨ ਕੀਤੀ ਹੈ। ਅਟਲ ਟਨਲ ਜਿਹੜੀ ਕਿ ਆਪਣੀ ਵਰਲਡ ਬੁੱਕ ਰਿਕਾਰਡਸ ਵਿੱਚ ਵੀ ਸ਼ਾਮਿਲ ਹੋ ਗਈ ਹੈ, ਜਿਹੜੀ ਕਿ ਸਭ ਤੋਂ ਲੰਬੀ ਟਨਲ ਹੋਏਗੀ ਵਰਲਡ ਦੀ। ਇਹਦੀ ਟਨਲ ਦੀ ਲੰਬਾਈ ਕਿੰਨੀ ਹੈਗੀ ਹੈ? 9.02 ਕਿਲੋਮੀਟਰ ਲੰਬਾਈ ਹੈਗੀ ਹੈ। ਵੂਮਨ ਇਨ ਬਰੋਡਿੰਗ ਰਿਪੋਰਟ ਦੇ ਰਿਗਾਰਡਿੰਗ ਇੰਡੀਆ ਵਿੱਚ ਕਿੰਨੀਆਂ ਵੂਮਨਸ ਪਾਰਟੀਸਪੇਟ ਕਰ ਰਹੀਆਂ ਹਨ? 17% ਪਾਰਟੀਸਪੇਟ ਕਰ ਰਹੀਆਂ ਨੇ। ਸੋ ਇੰਡੀਆ ਦੀ ਰੈਂਕਿੰਗ ਦੱਸਣੀ ਹੈ। ਇੰਡੀਆ ਦੀ ਤੀਜੇ ਨੰਬਰ ਦੀ ਰੈਂਕਿੰਗ ਹੈਗੀ ਹੈ, ਜਿਹਦੇ ਵਿੱਚ ਕੀ ਹੈ 9th ਨੰਬਰ ਦਾ ਇੱਕ ਰੈਂਕਿੰਗ ਚੱਲ ਰਹੀ ਹੈ 10 ਕੰਟਰੀਜ਼ ਦੀ। ਸੋ US ਲੀਡਰਸ਼ਿਪ ਹੈਗੀ ਹੈ, ਲੀਡ ਇਹਨੂੰ ਕੀ ਕਰਦਾ, ਰਿਲੀਜ਼ ਕਰਦਾ ਹੈ ਐਨਰਜੀ ਇਨਵਾਇਰਮੈਂਟਲ ਡਿਜ਼ਾਈਨ। ਸੋ ਕਿਹਦੇ ਦੁਆਰਾ ਰਿਲੀਜ਼ ਹੁੰਦੀ ਹੈ? US ਗ੍ਰੀਨ ਬਿਲਡਿੰਗ ਕਾਉਂਸਲ ਦੁਆਰਾ ਰਿਲੀਜ਼ ਹੁੰਦੀ ਹੈ ਨਿਊਜ਼। ਸੋ ਇੰਡੀਆ ਦੀ ਰੈਂਕ ਦੱਸਣੀ ਹੈ ਡੈਮੋਕ੍ਰੇਸੀ ਦੇ ਰਿਗਾਰਡਿੰਗ। ਇਕਨੋਮਿਸਟ ਇੰਟੈਲੀਜੈਂਸ ਯੂਨਿਟ ਡੈਮੋਕ੍ਰੇਸੀ ਇੰਡੈਕਸ ਦੇ ਵਿੱਚ ਕਿੰਨੀ ਹੈਗੀ ਹੈ? 46 ਹੈਗੀ ਹੈ। ਸੋ ਡਿਸਕ੍ਰਾਈਬਡ ਇਹਦੇ ਵਿੱਚ ਕਿੰਨੀਆਂ ਹੋਰ ਕੰਟਰੀਜ਼ ਪਾਰਟੀਸਪੇਟ ਕਰਦੇ ਹਨ? 165 ਕੰਟਰੀਜ਼ ਦੇ ਵਿੱਚ ਇਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ ਕਿ ਜਿਹਦੇ ਵਿੱਚ ਇੰਡੀਆ ਕਿੰਨੇ ਹੈਗੇ? 46 ਨੰਬਰ 'ਤੇ ਇੰਡੀਆ ਹੈਗਾ ਹੈ। ਅੱਗੇ ਦੱਸਿਆ ਕਿ ਜਿਹੜੇ ਕਿ ਆਪਣਾ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਔਰਗੇਨਾਈਜ਼ ਕੀਤਾ ਗਿਆ, ਕਿਹਦੇ ਰਿਗਾਰਡਿੰਗ ਸੀ? ਡਾਕੂਮੈਂਟਰੀਜ਼ ਲਈ, ਸ਼ਾਰਟ ਫਿਕਸ਼ਨ ਦੇ ਲਈ, ਐਨੀਮੇਸ਼ਨ ਫਿਲਮਸ ਦੇ ਲਈ ਸੀ। 17 ਨੰਬਰ ਦੀ ਐਡੀਸ਼ਨ ਚੱਲ ਰਿਹਾ ਸੀ। ਸੋ ਇੰਡੀਆ ਦਾ ਟਾਰਗੇਟ ਦੱਸੋ ਕਿ ਜਿਹਦੇ ਵਿੱਚ ਕੀ ਹੋਏਗਾ? 0 ਡੀਜ਼ਲ ਯੂਜ਼ ਹੋਏਗਾ ਐਗਰੀਕਲਚਰ ਦੇ ਵਿੱਚ, ਅਸੀਂ ਅਚੀਵ ਕਰਾਂਗੇ। ਅਤੇ ਫੋਸਿਲ ਫਿਊਲਸ ਨੂੰ ਅਸੀਂ ਰਿਸਪਲੇਸ ਕਰ ਦੇਵਾਂਗੇ ਰੀਨਿਊਏਬਲ ਐਨਰਜੀ ਦੇ ਰਿਗਾਰਡਿੰਗ। ਸੋ ਕੀ ਟਾਰਗੇਟ ਹੈਗਾ ਸਾਡਾ? 2024। ਕਾਮਿੰਗ ਸੈਕਟਰ ਜਿਹਦੇ ਵਿੱਚ ਜਿਹੜਾ ਕਿ ਕਿਸ ਯੂਟੀ ਜਾਂ ਸਟੇਟ ਵਿੱਚ ਹੈਗਾ ਜਿੱਥੇ ਕਿ 7 ਪਰਸਨ ਦੀ ਡੈਥ ਹੋ ਗਈ ਹੈ, ਆਰਮੀ ਪਰਸਨਸ ਨੂੰ। ਸੋ ਐਵਲੋਂਚ ਵਿੱਚ ਇਹਨਾਂ ਦੀ ਡੈਥ ਹੋਈ ਹੈ, ਉਹਦਾ ਨਾਮ ਹੈਗਾ ਅਰੁਣਾਚਲ ਪ੍ਰਦੇਸ਼। ਅੱਗੇ ਗੱਲ ਆਉਂਦੀ ਹੈ ਸਟੇਟ ਨਿਊਜ਼ ਦੇ ਰਿਗਾਰਡਿੰਗ, ਕਿ ਸਟੇਟ ਦੇ ਵਿੱਚ ਕਿਹੜੀ ਨਵੀਂ ਸਕੀਮ ਹੈਗੀ ਹੈ, ਕਿ ਨਵੀਂ ਚੀਜ਼ ਆਈ ਹੈ ਕਰੰਟ ਅਫੇਅਰ ਦੇ ਵਿੱਚ, ਉਹਦੇ ਰਿਗਾਰਡਿੰਗ ਗੱਲ ਕਰਾਂਗੇ। ਸਭ ਤੋਂ ਪਹਿਲੀ ਨਿਊਜ਼ ਹੈਗੀ ਹੈ, ਵਿਚ ਸਟੇਟ ਗਵਰਨਮੈਂਟ ਹੈਜ਼ ਪ੍ਰੋਮੂਲਗੇਟਡ ਐਨ ਆਰਡੀਨੈਂਸ ਟੂ ਇਨਹੈਂਸ ਦੀ ਰਿਟਾਇਰਮੈਂਟ ਆਫ ਇਟਸ EMPLOYMENT ਬਾਈ 2 years to 62। ਜਿਵੇਂ ਕਿ ਸਾਨੂੰ ਪਤਾ ਹੈ ਕਿ 60 ਸਾਲ ਦੀ ਉਮਰ ਵਿੱਚ ਰਿਟਾਇਰਮੈਂਟ ਹੋ ਜਾਂਦੀ ਹੈ, ਲੇਕਿਨ ਉਸ ਸਟੇਟ ਦੇ ਕੀ ਕਿਹਾ ਹੈ ਕਿ ਅਸੀਂ 2 ਸਾਲ ਹੋਰ ਵਧਾਵਾਂਗੇ, 62 ਸਾਲ ਦੀ ਉਮਰ ਵਿੱਚ ਅਸੀਂ ਰਿਟਾਇਰ ਕਰਾਂਗੇ। ਉਹ ਹੈਗੀ ਸਾਡੀ ਆਂਧਰਾ ਪ੍ਰਦੇਸ਼। ਅੱਗੇ ਹੈਗਾ ਸਪੂਟਨਿਕ ਗਸਟਰ ਇਜ਼ ਐਨ ਐਨੂਅਲ ਸੈਲੀਬ੍ਰੇਸ਼ਨ ਆਫ ਕਲਚਰ ਐਂਡ ਟ੍ਰੈਡੀਸ਼ਨਲ ਹੈਰੀਟੇਜ ਆਫ ਵਿਚ। ਕਹਿੰਦੇ ਕਿ ਸਪੂਟਨਿਕ ਗਸਟਰ ਕੀ ਹੈਗਾ? ਇੱਕ ਅਸੀਂ ਸੈਲੀਬ੍ਰੇਸ਼ਨ ਕਰਦੇ ਹਾਂ ਇਸ ਚੀਜ਼ ਦੀ, ਜਿਹੜੀ ਕਿ ਕਿਸ ਜਗ੍ਹਾ ਦੀ ਹੈਗੇ ਨਾਲ ਰਿਲੇਟਡ ਹੈਗੀ ਹੈ? ਲੱਦਾਖ ਦੇ ਨਾਲ ਰਿਲੇਟਡ ਹੈਗੀ ਹੈ। ਇੰਡੀਆ ਦਾ ਪਹਿਲਾ ਜੀਓਲੋਜੀਕਲ ਪਾਰਕ ਕਿੱਥੇ ਸਥਿਤ ਕੀਤਾ ਜਾਏਗਾ? ਮੱਧ ਪ੍ਰਦੇਸ਼ ਦੇ ਵਿੱਚ। ਅੱਗੇ ਗੱਲ ਹੈਗੀ ਹੈ ਖਿਜਿਆਡੀਆ ਵਾਈਲਡ ਲਾਈਫ ਸੈਂਚੁਰੀ, ਇਹ ਕਿੱਥੇ ਸਥਿਤ ਹੈਗੀ? ਖਿਜਿਆਡੀਆ ਵਾਈਲਡ ਲਾਈਫ ਸੈਂਚੁਰੀ ਇਹ ਗੁਜਰਾਤ ਦੇ ਵਿੱਚ ਸਥਿਤ ਹੈਗੀ ਹੈ, ਜਿਹੜੀ ਕਿ ਰਾਮਸਰ ਸਾਈਟ ਵੀ ਡਿਕਲੇਅਰ ਕੀਤੀ ਗਈ ਹੈ। ਅੱਗੇ ਗੱਲ ਆਉਂਦੀ ਹੈ ਬਖੀਰਾ ਵਾਈਲਡ ਲਾਈਫ ਸੈਂਚੁਰੀ ਕਿੱਥੇ ਸਥਿਤ ਹੈਗੀ ਹੈ? ਇਹ ਯੂਪੀ ਦੇ ਵਿੱਚ ਸਥਿਤ ਹੈਗੀ ਹੈ। ਬਖੀਰਾ ਵਾਈਲਡ ਲਾਈਫ ਸੈਂਚੁਰੀ ਯੂਪੀ ਦੇ ਵਿੱਚ ਸਥਿਤ ਹੈਗੀ ਹੈ, ਜਿਹੜੀ ਕਿ ਰਾਮਸਰ ਸਾਈਟ ਵੀ ਘੋਸ਼ਿਤ ਕੀਤੀ ਗਈ ਕਦੋਂ? ਵਰਲਡ ਵੈਟਲੈਂਡ ਡੇ ਵਾਲੇ ਦਿਨ। ਅੱਗੇ ਹੈਗਾ ਟ੍ਰੈਡੀਸ਼ਨਲ ਜਿਹੜਾ ਕਿ ਟੋਰਗੀਆ ਫੈਸਟੀਵਲ ਹੈਗਾ, ਉਹ ਕਿਸ ਸਟੇਟ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ? ਟੋਰਗੀਆ ਫੈਸਟੀਵਲ ਅਰੁਣਾਚਲ ਪ੍ਰਦੇਸ਼ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ। ਕਿ ਵਿਚ ਸਟੇਟ ਟੈਬਿਊ ਸਿਲੈਕਟਡ ਬੈਸਟ ਸਟੇਟ ਟੈਬਿਊ ਐਟ ਰਿਪਬਲਿਕ ਡੇ ਪਰੇਡ ਇਨ 2022। ਜਿਹੜੀ ਕਿ ਰਿਪਬਲਿਕ ਡੇ ਦੀ ਪਰੇਡ ਹੋਈ ਸੀ 2022 ਦੇ ਵਿੱਚ, ਕਿਹੜੀ ਸਟੇਟ ਦਾ ਟੈਬਿਊ ਸਭ ਤੋਂ ਵਧੀਆ ਸੀ? ਦੈਟ ਇਜ਼ ਯੂਪੀ ਦਾ ਸੀ। ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਹੈ? ਉਹਨਾਂ ਨੇ ਥੀਮ ਸੀ ਉਹਨਾਂ ਦੀ ਕਿ 1 ਡਿਸਟ੍ਰਿਕਟ 1 ਪ੍ਰੋਡਕਟ ਸਕੀਮ ਦੇ ਰਿਗਾਰਡਿੰਗ ਉਹਨਾਂ ਦਾ ਸੀ, ਐਂਡ ਕਾਸ਼ੀ ਵਿਸ਼ਵਾਨੰਦ ਧਾਮ ਦੇ ਰਿਗਾਰਡਿੰਗ ਸੀ। ਵਿਚ ਸਟੇਟ ਟੋਪਸ ਇੰਡੀਆ ਲਿਸਟ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ, ਮਤਲਬ ਕਿ MSME ਨੂੰ ਜਿਨ੍ਹਾਂ ਨੇ ਸਭ ਤੋਂ ਵਧੀਆ ਤਰੀਕੇ ਨਾਲ ਲਾਂਚ ਕੀਤਾ ਹੈ ਵੋਟ ਫਰੋਮ ਦੀ ਸ਼ਡਿਊਲ ਕਾਸਟ, ਇਹ ਮਹਾਰਾਸ਼ਟਰ ਇਸ ਰਿਗਾਰਡਿੰਗ ਨੰਬਰ 1 ਤੇ ਆਇਆ ਹੈ। ਅੱਗੇ ਹੈਗਾ ਇਨ ਏ ਬਿਡ ਟੂ ਸਪਰੈਡ ਵੋਟਰ ਅਵੇਅਰਨੈਸ ਅਮੰਗ ਵੋਟਰਸ, ਅਸੀਂ ਵੋਟਰਸ ਅਵੇਅਰਨੈਸ ਕਰਨੀ ਹੈ ਕਿ ਜਿੰਨੇ ਵੀ ਵੋਟਰਸ ਹੈਗੇ ਹੈ ਕਿਸ ਸਟੇਟ ਦੇ ਜਿਹੜੇ ਕਿ ਚੀਫ ਇਲੈਕਸ਼ਨ ਆਫਿਸਰ ਹੈਜ਼ ਰੂਲਡ ਇਟਸ ਇਲੈਕਸ਼ਨ ਮਾਸਕਟ, ਉਹਨਾਂ ਨੇ ਮਾਸਕਟ ਕੀ ਰੱਖਿਆ ਕਿ ਸ਼ੇਰਾ ਦਾ ਮਾਸਕਟ ਰੱਖਦੇ ਹੋਏ ਉਹਨਾਂ ਨੇ ਕੀ ਕਿਹਾ ਕਿ ਅਸੀਂ ਅਵੇਅਰਨੈਸ ਦੱਸਣੀ ਹੈ ਕਿ ਵੋਟਾਂ ਕਿਵੇਂ ਪਾਉਣੀ ਹੈ, ਉਹਦੇ ਰਿਗਾਰਡਿੰਗ ਅਵੇਅਰਨੈਸ ਦੇਣੀ ਹੈ। ਇਹ ਕਿੱਥੋਂ ਦੀ ਗੱਲ ਹੈ? ਇਹ ਪੰਜਾਬ ਦੀ ਗੱਲ ਹੈਗੀ ਹੈ। ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚ ਪਰਿਸਕਸ਼ਾਲਿਆ ਐਂਡ ਓਪਨ ਏਅਰ ਕਲਾਸਰੂਮ ਹੋਏਗਾ, ਕਿ ਅਸੀਂ ਓਪਨ ਏਅਰ ਕਲਾਸਰੂਮ ਹੋਏਗਾ ਜਿਹਦੇ ਵਿੱਚ ਅਸੀਂ ਪੜ੍ਹਾਵਾਂਗੇ ਕਲਾਸ 1 ਤੋਂ ਲੈ ਕੇ 7 ਤੱਕ ਨੂੰ। ਇਹ ਬੈਸਟ ਬੈਂਗੋਲ ਦੀ ਸਕੀਮ ਹੈਗੀ ਹੈ। ਅੱਗੇ ਹੈਗਾ ਵਿਚ ਸਟੇਟ ਗਵਰਨਮੈਂਟ ਹੈਜ਼ ਇਨ ਦੇ MU ਵਿਦ ਸੋਸ਼ਲ ਅਲਫਾ ਥਰੂ ਇਟਸ, MU ਉਹਨਾਂ ਨੇ ਸਾਈਨ ਕੀਤਾ ਹੈ ਸੋਸ਼ਲ ਅਲਫਾ ਦੇ ਨਾਲ ਥਰੂ ਕਲੀਨ ਐਨਰਜੀ ਇੰਟਰਨੈਸ਼ਨਲ ਇਨਕਲੂਮੇਸ਼ਨ ਸੈਂਟਰ। ਇਹ ਕਿੱਥੋਂ ਦੀ ਗੱਲ ਹੈਗੀ ਹੈ? ਇਹ ਕੇਰਲਾ ਦੀ ਗੱਲ ਹੈਗੀ ਹੈ। ਅੱਗੇ ਹੈਗਾ ਐਮਾਜ਼ੋਨ ਨੇ ਕੀ ਕੀਤਾ ਹੈ? MU ਸਾਈਨ ਕੀਤਾ ਹੈ ਕਿਸ ਸਟੇਟ ਦੇ ਨਾਲ? ਕਰਨਾਟਕਾ ਸਟੇਟ ਦੇ ਨਾਲ ਸਾਈਨ ਕੀਤਾ ਹੈ। ਕਿਉਂ? ਉਹਨਾਂ ਨੇ ਕੀ ਕਰਨਾ ਹੈ? ਗਰੋਥ ਸਪੋਰਟ ਦੀ ਗਰੋਥ ਫॉर ਵੂਮਨ ਇੰਟਰਪ੍ਰੈਨਰਸ ਦੇ ਨਾਲ, ਜੋ ਵੂਮਨਸ ਨੇ ਉੱਥੋਂ ਦੀਆਂ ਉਹ ਬਹੁਤ ਹੀ ਵਧੀਆ ਕਲਾਕਾਰੀਆਂ ਆਪਣੀਆਂ ਜਿੰਨੀਆਂ ਵੀ ਨੇ ਹੱਥ ਦੀ, ਜਿਵੇਂ ਕਿ ਆਪਣਾ ਇੰਟਰਪ੍ਰੈਨਰਸ ਜਿਹੜੀਆਂ ਹੈਗੀਆਂ ਉਸ ਨੂੰ ਉੱਭਰ ਕੇ ਲਿਆਉਣ ਐਮਾਜ਼ੋਨ ਵਾਲਿਆਂ ਨੇ ਕਰਨਾਟਕਾ ਦੇ ਨਾਲ ਇਹ ਸਾਈਨ ਕੀਤਾ ਹੈ। ਅੱਗੇ ਸਟੇਟ ਓਨ THDC
India Limited has signed a pact to build 10,000 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ। ਹੁਣ ਕਹਿੰਦੇ THDC ਨੇ ਕੀ ਕਿਹਾ ਹੈ ਕਿ 10,000 ਮੈਗਾਵਾਟ ਜਿਹੜਾ ਪ੍ਰੋਜੈਕਟ ਲਾਂਚ ਕੀਤਾ ਜਾਏਗਾ, ਇਹਦੇ ਵਿੱਚ ਕਿੰਨੇ ਇਨਵੈਸਟ ਹੋਣਗੇ? 10,000 ਕਰੋੜ ਇਨਵੈਸਟ ਹੋਣਗੇ। ਕਿੱਥੇ ਇਹ ਲਾਂਚ ਕੀਤਾ ਜਾਏਗਾ ਪ੍ਰੋਜੈਕਟ? ਰਾਜਸਥਾਨ ਵਿੱਚ ਲਾਂਚ ਕੀਤਾ ਜਾਏਗਾ। ਅੱਗੇ ਹੈਗਾ ਇੰਡੀਆ ਫਸਟ ਕਮਰਸ਼ੀਅਲ ਸਕੇਲ ਬਾਇਓਮਾਸ ਬੇਸਡ ਹਾਈਡਰੋਜਨ ਪਲਾਂਟ। ਕਹਿੰਦੇ ਕਿ ਇੰਡੀਆ ਦਾ ਪਹਿਲਾ ਕਮਰਸ਼ੀਅਲ ਸਕੇਲ ਬਾਇਓਮਾਸ ਬੇਸਡ ਹਾਈਡਰੋਜਨ ਪਲਾਂਟ ਸੈਟਅਪ ਕੀਤਾ ਜਾਏਗਾ। ਕਿੱਥੇ ਕੀਤਾ ਜਾਏਗਾ? ਬਾਇਓਮਾਸ ਦੇ ਰਿਗਾਰਡਿੰਗ ਗੱਲ ਕੀਤੀ ਜਾ ਰਹੀ ਹੈ, ਹਾਈਡਰੋਜਨ ਪ੍ਰੋਜੈਕਟ ਦੇ ਰਿਗਾਰਡਿੰਗ ਕਿੱਥੇ ਹੋਏਗਾ? ਇਹ ਮੱਧ ਪ੍ਰਦੇਸ਼ ਦੇ ਵਿੱਚ ਸਿਲੈਕਟ ਕੀਤਾ ਜਾਏਗਾ। ਅੱਗੇ ਹੈਗਾ ਸਟੇਟ ਰਨ ਸਤਲੁਜ ਜਲ ਉਦਯਮ ਨਿਗਮ। ਕਹਿੰਦੇ ਕਿ ਸਟੇਟ ਰਨ ਸਤਲੁਜ ਜਲ ਉਦਯਮ ਨਿਗਮ ਹੈਜ਼ ਸਾਈਨਡ ਲੈਟਰ ਆਫ ਇੰਟੈਲ LOI with which state government to develop 10,000। ਇਹ ਸੇਮ ਉਹੀ ਨਿਊਜ਼ ਆ ਗਈ ਕਿ ਇਹਨਾਂ ਨੇ ਸੋਲਰ ਪ੍ਰੋਜੈਕਟ ਸਾਈਨ ਕਰਨਾ ਹੈ। ਇਹ ਰਾਜਸਥਾਨ ਦੀ ਗੱਲ ਸੀ, ਪਹਿਲਾਂ ਵੀ ਦੱਸੀ ਹੈ, ਹੁਣ ਵੀ ਉਹੀ ਗੱਲ ਹੈਗੀ ਹੈ। ਅੱਗੇ ਕਿ ਵੀ ਹਬ is an exclusive incubator for women's entrepreneurs for which state government has launched a unique incubator program for rural areas। ਵੀ ਹਬ ਅਗਰ ਕਿੱਥੇ ਵੀ ਸਕੀਮ ਆ ਜਾਏ, ਇਹ ਵੂਮੈਨਸ ਦੇ ਰਿਗਾਰਡਿੰਗ ਸਕੀਮ ਹੈਗੀ ਹੈ। ਇਹ ਕਿੱਥੇ ਲਾਂਚ ਕੀਤੀ ਗਈ ਹੈ? ਤੇਲੰਗਾਨਾ ਵਿੱਚ ਇਹ ਲਾਂਚ ਕੀਤੀ ਗਈ ਹੈ। ਅੱਗੇ ਹੈਗੀ ਹੈ ਨਿਊਜ਼ ਵਿਚ ਸਟੇਟ ਗਵਰਨਮੈਂਟ ਸਾਈਨ ਏ ਐਗਰੀਮੈਂਟ ਵਿਦ ਅਨਿਲ ਅਗਰਵਾਲ ਫਾਊਂਡੇਸ਼ਨ ਉਹ ਵਿਦਾਂਤਾ ਗਰੁੱਪ। ਕਹਿੰਦੇ ਕਿ ਕਿਹੜੀ ਸਟੇਟ ਨੇ ਕੀ ਹੈ ਕਿ ਵਿਦਾਂਤਾ ਗਰੁੱਪ ਦੇ ਜਿਹੜੇ ਸੀ ਨਾ ਅਨਿਲ ਅਗਰਵਾਲ ਫਾਊਂਡੇਸ਼ਨ ਸੀ, ਉਹਨਾਂ ਨੇ ਕੀ ਕਿਹਾ ਕਿ ਅਸੀਂ ਕੀ ਕਰਾਂਗੇ? ਡਿਵੈਲਪ ਕਰਾਂਗੇ 25,000 ਆਂਗਨਵਾੜੀ ਸੈਂਟਰ ਐਜ਼ ਨੰਦਗੜ। ਕਿੱਥੋਂ ਦੀ ਗੱਲ ਹੈਗੀ ਹੈ? ਰਾਜਸਥਾਨ ਦੀ ਗੱਲ ਹੈਗੀ ਹੈ। ਅੱਗੇ ਹੈਗਾ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਹੈਜ਼ ਸਾਈਨਡ ਏ MOU ਵਿਦ ਵਿਚ ਸਟੇਟ ਦਾ ਨਾਮ ਹੈਗਾ ਮਹਾਰਾਸ਼ਟਰ। ਕੀ ਸਪੋਰਟ ਕਰਨਗੇ? ਇਹ माझी वसुंधरा कैंपेन, माझी वसुंधरा कैंपेन ही लॉन्च करेंगे कितने? महाराष्ट्र ਦੇ ਵਿੱਚ। ਸੋ ਅਸੀਂ ਸਟੇਟ ਦੀਆਂ ਨਿਊਜ਼ ਨੂੰ ਵੀ ਰਿਵਾਈਜ਼ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਸੀ ਕਿ ਇੰਪਲੋਇਮੈਂਟ ਦੀ ਰਿਟਾਇਰਮੈਂਟ ਜਿਹੜੀ ਹੁੰਦੀ ਹੈ ਨਾ, ਉਹਨਾਂ ਨੇ ਕਿਹਾ ਕਿ 2 ਸਾਲ ਹੋਰ ਵਧਾ ਦਿਓ, 62 ਸਾਲ ਦੀ ਉਮਰ ਵਿੱਚ ਅਸੀਂ ਰਿਟਾਇਰ ਕਰਾਂਗੇ। ਕਿੱਥੋਂ ਦੀ ਗੱਲ ਹੈਗੀ ਹੈ? ਆਂਧਰਾ ਪ੍ਰਦੇਸ਼ ਦੀ ਗੱਲ ਹੈਗੀ ਹੈ। ਅੱਗੇ ਸਪੁਟਲਿੰਗ ਕਸਟਰ ਇੱਕ ਕਲਚਰ ਹੈਰੀਟੇਜ ਨੂੰ ਸ਼ੋ ਕਰਦਾ ਹੈ। ਕਿੱਥੋਂ ਦੇ ਹੈਰੀਟੇਜ ਕਲਚਰ ਨੂੰ ਸ਼ੋ ਕਰਦਾ ਹੈ? ਸਪੁਟਲਿੰਗ ਕਸਟਰ ਦੈਟ ਇਜ਼ ਲੱਦਾਖ ਦੇ। ਇੰਡੀਆ ਦੇ ਫਸਟ ਜੀਓਲੋਜੀਕਲ ਪਾਰਕ ਕਿੱਥੇ ਲਾਂਚ ਕੀਤਾ ਜਾਏਗਾ? MP ਵਿੱਚ। ਖਿਜੜੀਆ ਵਾਈਲਡ ਲਾਈਫ ਸੈਂਚੁਰੀ ਕਿੱਥੋਂ ਦੀ ਹੈ? ਗੁਜਰਾਤ ਦੀ ਹੈਗੀ ਹੈ। ਅੱਗੇ ਬਖੀਰਾ ਵਾਈਲਡ ਲਾਈਫ ਸੈਂਚੁਰੀ UP ਦੀ ਹੈਗੀ ਹੈ। ਟ੍ਰੈਡੀਸ਼ਨਲ ਟੋਰਗੀਆ ਫੈਸਟੀਵਲ ਅਰੁਣਾਚਲ ਪ੍ਰਦੇਸ਼ ਦਾ ਹੈਗਾ। ਕਿਹੜੀ ਸਟੇਟ ਟੈਬਿਊ ਜਿਹੜੀ ਬੈਸਟ ਸਟੇਟ ਟੈਬਿਊ ਮੰਨੀ ਜਾਂਦੀ ਹੈ, ਜਿਹੜੀ ਕਿ ਰਿਪਬਲਿਕ ਡੇ ਵਿੱਚ ਮਨਾਏਗੀ? ਦੈਟ ਇਜ਼ UP ਵਾਲੇ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਹੈ। ਉਹਨਾਂ ਦੀ ਥੀਮ ਸੀ ਦੈਟ ਇਜ਼ 1 ਡਿਸਟ੍ਰਿਕਟ 1 ਪ੍ਰੋਡਕਟ ਐਂਡ ਕਾਸ਼ੀ ਵਿਸ਼ਵਾਨੰਦ ਧਮ। ਔਰ ਅੱਗੇ ਦੱਸਿਆ ਕਿ MSME ਵਿੱਚ ਸਭ ਤੋਂ ਵਧੀਆ ਰੋਲ ਕਿਹਨੇ ਦੱਸਿਆ? ਜਿਹੜੇ ਕਿ ਮਹਾਰਾਸ਼ਟਰ ਵਾਲਿਆਂ ਨੇ ਦੱਸਿਆ ਹੈ। ਸੋ ਸ਼ੇਰਾ ਜਿਹੜਾ ਹੈਗਾ ਇੱਕ ਮਾਸਕਟ ਸੀ ਪੰਜਾਬ ਵਾਲਿਆਂ ਦਾ, ਜਿਹਦੇ ਵਿੱਚ ਉਹ ਵੋਟਰਸ ਤੋਂ ਕੀ ਕਰਨਗੇ? ਅਵੇਅਰਨੈਸ ਰਿਗਾਰਡਿੰਗ ਸੀ ਇਹ ਸਾਰਾ। ਅੱਗੇ ਆ ਪਰੀ ਸਕਸ਼ਾਲਿਆ ਇੱਕ ਓਪਨ ਕਲਾਸਰੂਮ ਹੋਏਗਾ ਵੈਸਟ ਬੰਗਾਲ ਦੀ ਰਿਗਾਰਡਿੰਗ ਗੱਲ ਹੈਗੀ ਹੈ। ਅੱਗੇ ਗੱਲ ਸੀ ਕਿ MOU ਸਾਈਨ ਕੀਤਾ ਹੈ ਕੇਰਲਾ ਵਾਲਿਆਂ ਨੇ ਫॉर ਕਲੀਨ ਐਨਰਜੀ ਇੰਟਰਨੈਸ਼ਨਲ ਇਨਕਿਊਬੇਸ਼ਨ ਦੇ ਰਿਗਾਰਡਿੰਗ। ਐਮਾਜ਼ੋਨ ਨੇ ਕੀ ਕੀਤਾ? MOU ਸਾਈਨ ਕੀਤਾ ਹੈ ਕਿ ਕਰਨਾਟਕਾ ਦੇ ਨਾਲ। ਸੋ ਕੀ ਕਰਨਾ? ਵੂਮੈਨਸ ਨੂੰ ਇੰਟਰਪ੍ਰੀਨਰਸ਼ਿਪ ਦੇ ਰਿਗਾਰਡਿੰਗ ਇਹ ਸਾਈਨ ਕੀਤਾ ਗਿਆ ਹੈ। ਅੱਗੇ ਕੀ ਕਰਨਗੇ ਕਿ 10,000 ਮੈਗਾਵਾਟ ਸੋਲਰ ਪਾਵਰ ਪ੍ਰੋਜੈਕਟ ਲਾਂਚ ਕਰਨਗੇ ਰਾਜਸਥਾਨ ਦੇ ਵਿੱਚ, ਉਹਦੇ ਰਿਗਾਰਡਿੰਗ ਗੱਲ ਕੀਤੀ ਹੈ। ਸੋ ਬਾਇਓਮਾਸ ਬੇਸਡ ਹਾਈਡਰੋਜਨ ਪਲਾਂਟ ਕਿੱਥੇ ਲਗਾਇਆ ਜਾਏਗਾ? ਜਿਹੜਾ ਬਾਇਓਮਾਸ ਬੇਸਡ ਹੈਗਾ ਉਹ ਹੈਗਾ ਮੱਧ ਪ੍ਰਦੇਸ਼ ਦੇ ਵਿੱਚ। ਸੋ ਬੀ ਹਬ ਜਿਹੜਾ ਹੈਗਾ ਇਨਕੂਬੇਸ਼ਨ ਫॉर ਵੂਮੈਨਸ ਇੰਟਰਪ੍ਰੀਨਰ ਦੇ ਲਈ ਬਣਾਇਆ ਜਾ ਰਿਹਾ, ਇਹ ਕਿੱਥੇ ਹੈਗਾ? ਤੇਲੰਗਾਨਾ ਦੇ ਵਿੱਚ ਲਾਂਚ ਕੀਤਾ ਗਿਆ ਹੈ। ਸੋ ਅਨਿਲ ਅਗਰਵਾਲ ਫਾਊਂਡੇਸ਼ਨ ਹੈ ਵਿਦੰਤਾ ਗਰੁੱਪ ਦੇ, ਉਹਨਾਂ ਨੇ ਕੀ ਕਿਹਾ ਕਿ 25,000 ਅਸੀਂ ਆਂਗਨਵਾੜੀ ਸੈਂਟਰ ਲਾਂਚ ਕਰਾਂਗੇ ਜਿਹਦਾ ਨਾਮ ਹੋਏਗਾ ਨੰਦਗੜ। ਕਿੱਥੋਂ ਦੀ ਗੱਲ ਹੈਗੀ? ਰਾਜਸਥਾਨ ਵਾਲਿਆਂ ਨੇ ਗੱਲ ਕਹੀ ਹੈਗੀ ਹੈ। ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਇਜ਼ ਸਾਈਨਡ ਏ MOU ਵਿਦ ਵਿਚ ਸਟੇਟ ਗਵਰਨਮੈਂਟ ਆਫ ਸਪੋਰਟ ਇਟਸ ਮਜੀ ਵਸੁੰਧਰਾ। UNEP ਵਾਲਿਆਂ ਨੇ ਕੀ ਕੀਤਾ? ਵਜੀ ਵਸੁੰਧਰਾ ਕੈਂਪੇਨ ਚਲਾਇਆ ਮਹਾਰਾਸ਼ਟਰ ਦੇ ਵਿੱਚ। ਅੱਗੇ ਗੱਲ ਆਉਂਦੀ ਹੈ ਬੁੱਕਸ ਐਂਡ ਆਥਰਸ ਦੀ। ਇਹ ਬੁੱਕ ਹੈ ਕਿਹਨੇ ਲਿਖੀ ਹੈ? ਇਹਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ। Who is the author of biography of Tokyo Olympic gold medalist? ਟੋਕੀਓ ਓਲੰਪਿਕ ਦੇ ਗੋਲਡ ਮੈਡਲਿਸਟ ਨੇ, ਉਹਦੇ ਰਿਗਾਰਡਿੰਗ ਬੁੱਕ ਬਣਾਈ ਜਾ ਰਹੀ ਹੈ ਜਿਹਦਾ ਨੀਰਜ ਚੋਪੜਾ ਦੀ ਗੱਲ ਕਰ ਰਹੇ ਨੇ ਇੱਥੇ ਜਿਹੜੇ ਗੋਲਡ ਮੈਡਲਿਸਟ ਨੇ। ਬੁੱਕ ਦਾ ਨਾਮ ਹੈ ਦੈਟ ਇਜ਼ ਗੋਲਡਨ ਬॉय ਨੀਰਜ ਚੋਪੜਾ। ਬੁੱਕ ਦਾ ਨਾਮ ਹੈ ਗੋਲਡਨ ਬॉय ਨੀਰਜ ਚੋਪੜਾ ਔਰ ਕਿਹਦੇ ਦੁਆਰਾ ਲਿਖੀ ਗਈ ਹੈ? ਨਵਦੀਪ ਸਿੰਘ ਗਿੱਲ। ਨਵਦੀਪ ਸਿੰਘ ਗਿੱਲ ਜੀ ਦੁਆਰਾ ਇੱਕ ਕਿਤਾਬ ਲਿਖੀ ਗਈ ਹੈ। ਕਿਤਾਬ ਦਾ ਨਾਮ ਕੀ ਹੈਗਾ? ਗੋਲਡਨ ਬॉय ਨੀਰਜ ਚੋਪੜਾ। Who is the author of the graphic novel title ਅਥਰਵਾ ਦੀ ਓਰੀਜਨ? ਕਹਿੰਦੇ ਕਿ ਨੋਵਲ ਬਣਾਈ ਗਈ ਹੈ ਅਥਰਵਾ ਦੀ ਓਰੀਜਨ ਕਿਹਦੇ ਰਿਗਾਰਡਿੰਗ ਹੈ? ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਰਿਗਾਰਡਿੰਗ ਹੈਗੀ ਹੈ। ਸੋ ਪੋਰਟਰੇਟ ਐਜ਼ ਅ ਸੁਪਰ ਹੀਰੋ ਅਥਰਵਾ ਇਹ ਕਿਹਨੇ ਲਿਖਿਆ ਹੈਗਾ? ਰਮੇਸ਼ ਥਾਮਿਲਮਾਨੀ ਜੀ ਨੇ ਇਹ ਸਾਰੀ
पोर्ट्रेट ये डिज़ाइन किया है, बुक उन्होंने लिखी हैगी है। सो बुक का नाम हैगा अगली इंडिया दैट इज़ भारत कॉलोनियलिस्टिक सिविलाइजेशन कॉन्स्टिट्यूशनल, एक किस द्वारा लिखी गई है, जे से दीपक द्वारा लिखी गई है। सो जिमें कि 3 सी आ गए, सी तो अगे की होंगी है, डी होंगी है ना, तो डी अगे दीपक में तुम टिक लगा देना है। ऑथर दसना है, बुक का नाम है इंडिया अफ्रीकन रिलेशंस चेंजिंग हॉरिजन्स, इंडिया अफ्रीकन रिलेशंस चेंजिंग हॉरिजन के द्वारा लिखी गई है, राजीव कुमार भाटिया द्वारा लिखी गई है। अगे बुक का नाम है अटल बिहारी वाजपेयी दी बायोग्राफी ऑफ द फॉर्मर पीएम ऑफ इंडिया, एक किस द्वारा लिखी गई है, सागरिका घोष द्वारा लिखी गई है। सो अगे साड़ियाँ सिर्फ बुक्स तो इस वीडियो च इन्ने ही असी कंपाइल कीतियां ने। सो एक बार फिर तो रिपीट कर दिनी है, ਜਿਹੜੇ कि गोल्डन बॉय नीरज चोपड़ा बुक इन्हें लिखी हैगी है, ये हैगी नवदीप सिंह गिल ने लिखी हैगी है। अथर्वा दी ओरिजिन ये रमेश थामिलमानी ने लिखी हैगी है। आगे इंडिया दैट इज़ भारत कॉलोनियलिटी सिविलाइजेशन कॉन्स्टिट्यूशन ये जे से दीपक ने लिखी है। इंडिया अफ्रीकन रिलेशंस चेंजिंग हॉरिजन राजीव कुमार भाटिया ने लिखी है। अटल बिहारी वाजपेयी ये सागरिका घोष ने लिखी है। आगे साइंस एंड डिफेंस से रिगार्डिंग न्यूज़ है, ग्लोबल सेंटर ऑफ एक्सीलेंस इन अफोर्डेबल एंड क्लीन एनर्जी हैज़ बीन लॉन्च्ड एट विच आई आई टी धारवाड़ ने की किया है कि असी की करांगे कि सेंटर खोलांगे जिहड़ा कि होएगा एनर्जी क्लीन एनर्जी नूं प्रमोट करेगा। एक बार फिर तो रिपीट कर देनी है की है नाम आई का, दैट इज आई धारवाड़। अगे हैगा वट वुड द नेम ऑफ 15 सबमरीन ऑफ प्रोजेक्ट 75, कहते कि प्रोजेक्ट 75 के अंडर जी 15वें नंबर के सबमरीन हैगी है ऑफ द स्कॉर्पियन क्लास हैज़ बीन कमंस्ड हर मेनटेन सी ट्रेल्स, उस सबमरीन्स का नाम की है, दैट इज INS वाजीर। INS वाजीर इस सबमरीन का नाम है, प्रोजेक्ट 75 के अंडर लॉन्च की गई है। विच डिफेंस PSU साइन ए कॉन्ट्रैक्ट जिन्ने पैसा का होया तुसीं देख लो, इन्ने करोड़ का है मैन्युफैक्चरिंग सप्लाई ऑफ कॉन्कूर्स एंटी टैंक मिसाइल फॉर इंडियन आर्मी, कहते कि इंडियन आर्मीज नूं एंटी टैंक मिसाइल इन्नियां सप्लाई कीतियां जाणगियां। एक द्वारा साइन किया गया है, भारत डायनामिक्स लिमिटेड BDL द्वारा साइन किया गया है। अगली हैगी न्यूज़, परम प्रावेगा वन ऑफ द मोस्ट पावरफुल सुपर कंप्यूटर्स इन इंडिया, सुपर कंप्यूटर इन इंडिया नाम की है, दैट इज परम प्रागवेड़ा इज इन इंडिया हैज़ बीन इंस्टॉल्ड एंड कमीशन इन विच इंस्टीट्यूशन, किस इंस्टीट्यूशन में लॉन्च किया गया है, ये इंडियन इंस्टीट्यूट ऑफ साइंस बेंगलोर के असी स्थापित किया है। कंप्यूटर का नाम की है परम प्रावेगा सॉरी। अगे है विच IIT हैज़ लॉन्च द बीटा वर्जन ऑफ स्वराजबिलिटी, ए जॉब पोर्टल प्रोवाइडेड बाय द AI मीनस आर्टिफिशियल इंटैलीजेंस द्वारा, दैट हैल्प्स पीपल विद डिसएबिलिटीज एक्वायर रेलिवेंट स्किल एंड फाइंड जॉब्स, जेडे कि डिसेबल पीपल ने उन्होंने जॉब्स जो लभन दे बहुत ही ज़्यादा डिफिकल्टी आती है, उन्होंने रिगार्डिंग कि IIT ने इनिशिएटिव लिया है, हैदराबाद की IIT ने इनिशिएटिव लिया है, उस दा नाम की है, दैट इज बीटा वर्जन ऑफ स्वराजबिलिटी। सो ये की उन्होंने जॉब्स प्रोवाइड की जाएगियाँ। अगे इसरो की गल हैगी है, इंडियन स्पेस रिसर्च ऑर्गेनाइजेशन विल मेक थर्ड वेंचर टू मून, कहते मून के लिए असी थर्ड वेंचर लॉन्च किया, चंद्रयान 3 कदों लॉन्च किया जाएगा, अगस्त महीने 2022 लॉन्च किया जाएगा। अगे है विंटर कैंप इज ए जॉइंट मिलिटरी एक्सरसाइज ऑफ विच मल्टी लेटरल ग्रुप, कहते कि विंटर कैंप जी एक्सरसाइज के द्वारा की जा रही है, नाटो द्वारा एक्सरसाइज की गई है। अगेन विच ऑपरेशन हैज़ बीन लॉन्च बाय रेलवे प्रोटेक्शन फोर्स RPF टू कर्व ह्यूमन ट्रैफिकिंग नू RPF ने एक नवा अपना इनिशिएटिव लिया है कि असी ह्यूमन ट्रैफिकिंग कंट्रोल करना है। सो इस ऑपरेशन का नाम क्या, ऑपरेशन आहट इसका नाम है। नैशनल सेंटर फॉर एक्सीलेंस इन कार्बन कैप्चर एंड यूटिलाइजेशन, असी नैशनल सेंटर खोलिया गया है कि कार्बन असी कैप्चर करांगे तो यूटिलाइज करांगे, और ये कित्थे स्थापित किया गया है, IIT बंबे विच स्थापित किया गया है। सो तुहानूं एक बार फिर तो रिपीट कर दिंदी हाँ, साइंस एंड डिफेंस दी किहड़ी न्यूज़ असी पढ़ियां हैगियां। IIT धारवाड़ ने की किया है कि असी की करांगे, एक्सीलेंस अफोर्डेबल एंड क्लीन एनर्जी के रिगार्डिंग गल की है इन्होंने। अगे न्यूज़ है कि प्रोजेक्ट 75 के अंडर की है 15 सबमरीन लॉन्च की गई है, INS विजार इसका नाम है।
ਸੋ ਅੱਗੇ ਹੈਗਾ ਕਿ ਭਾਰਤ ਡਾਇਨਾਮਿਕਸ ਲਿਮਟਿਡ ਨੇ ਕੀ ਹੈ ਕਿ ਅਸੀਂ ਕੀ ਕਰਾਂਗੇ, ਟੈਂਕ ਜਿਹੜੀ ਐਂਟੀ ਟੈਂਕ ਮਿਸਾਈਲਸ ਹੈਗੀਆਂ ਉਹ ਸਪਲਾਈ ਕੀਤੀਆਂ ਜਾਣਗੀਆਂ ਇੰਡੀਅਨ ਆਰਮੀ ਨੂੰ। ਅੱਗੇ ਪਰਮ ਪ੍ਰਾਵਿੜਾ ਇੱਕ ਸੁਪਰ ਕੰਪਿਊਟਰ ਹੈਗਾ ਇੰਸਟਾਲ ਕੀਤਾ ਗਿਆ ਕਿਤੇ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੋਰ ਦੇ ਵਿੱਚ ਕੀਤਾ ਗਿਆ ਹੈ। ਅੱਗੇ ਕਿਹੜੀ IIT ਹੈਗੀ ਜਿਹਨੇ ਕੀ ਕੀਤਾ, IIT ਹੈਦਰਾਬਾਦ ਦੀ ਹੈ ਜਿਹਨੇ ਕਿ ਸਵਰਾਜਬਿਲਿਟੀ ਲਾਂਚ ਕੀਤਾ ਹੈ ਪੋਰਟਲ, ਜਿਹੜਾ ਹੈ ਕਿ ਡਿਸੇਬਲ ਜਿਹੜੇ ਪੀਪਲ ਨੇ ਉਹਨਾਂ ਨੂੰ ਜੋਬ ਪ੍ਰੋਵਾਈਡ ਕਰੇਗਾ। ਇਸਰੋ ਨੇ ਚੰਦਰਯਾਨ 3 ਮਿਸ਼ਨ ਕਦੋਂ ਲਾਂਚ ਕਰਨ ਦਾ ਪਲਾਨ ਬਣਾਇਆ ਹੈ, ਦੈਟ ਇਜ਼ ਅਗਸਤ 2022 ਵਿੱਚ। ਅੱਗੇ ਵਿੰਟਰ ਕੈਂਪ ਕਿਹਦੀ ਮਿਲਟਰੀ ਐਕਸਰਸਾਈਜ਼ ਹੈਗੀ, ਨਾਟੋ ਦੁਆਰਾ ਕੀਤੀ ਜਾਏਗੀ। ਰੇਲਵੇ ਪ੍ਰੋਟੈਕਸ਼ਨ ਐਕਟ ਜਿਹੜਾ ਹੈਗਾ ਇਹਨਾਂ ਨੇ ਕੀ ਕੀਤਾ, ਹਿਊਮਨ ਟ੍ਰੈਫਿਕਿੰਗ ਨੂੰ ਕਵਰ ਕਰਨ ਲਈ ਇੱਕ ਆਪਰੇਸ਼ਨ ਲਾਂਚ ਕੀਤਾ ਜਿਸ ਦਾ ਨਾਮ ਹੈ ਆਪਰੇਸ਼ਨ ਆਹਟ। ਅੱਗੇ ਇੰਟਰਨੈਸ਼ਨਲ ਸੈਂਟਰ ਆਫ ਐਕਸਲੈਂਸ ਕਾਰਬਨ ਨੂੰ ਕੈਪਚਰ ਕਰਨਗੇ ਤੇ ਯੂਟੀਲਾਈਜੇਸ਼ਨ ਕਰਨਗੇ, ਕਿਹੜੀ ਇੰਸਟੀਚਿਊਟ ਦੁਆਰਾ ਕੀਤੀ ਗਈ ਹੈ, IIT ਬੰਬੇ ਦੁਆਰਾ ਕੀਤਾ ਗਿਆ ਹੈ। ਅੱਗੇ ਗੱਲ ਆਉਂਦੀ ਹੈ ਸਪੋਰਟਸ ਨਿਊਜ਼ ਦੀ। ਹੂ ਵਨ ਦੀ ਟਾਟਾ ਸਟੀਲ ਮਾਸਟਰਸ ਚੈਸ 2022। ਟਾਟਾ ਸਟੀਲ ਮਾਸਟਰ ਚੈਸ 2022 ਕਿਹਨੇ ਜਿੱਤਿਆ ਹੈ, ਮੈਗਨਸ ਕਾਰਲਸਨ ने जीता है। मैग्नस कार्लसन ने ये टाइटल जीता है टाटा स्टील मास्टर चेस 2022 ने। और इंडिया डिफीटेड विच कंट्री टू विन ब्रोंज मैडल इन 2022। इंडिया ने ਕਿਹੜੀ ਕੰਟਰੀ ਨੂੰ ਹਰਾਇਆ ਤੇ ਬ੍ਰੋਂਜ਼ ਮੈਡਲ ਜਿੱਤਿਆ ਹੈ। ਔਰ ਕਿਹੜੇ ਰਿਗਾਰਡਿੰਗ ਗੱਲ ਕਰੀਏ, ਵੂਮੈਨਸ ਹਾਕੀ ਏਸ਼ੀਆ ਕੱਪ ਟੂਰਨਾਮੈਂਟ ਤੇ। ਵੂਮੈਨਸ ਹਾਕੀ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਇੰਡੀਆ ਨੇ ਚਾਈਨਾ ਨੂੰ ਹਰਾ ਕੇ ਬ੍ਰੋਂਜ਼ ਮੈਡਲ ਜਿੱਤ ਲਿਆ। ਇੰਡੀਅਨ प्रीमियम लीग IPL franchise have become the first ever sports unicorn in the country। सो चेन्नई सुपर किंग्स की गल कर रहे हैं, चेन्नई सुपर किंग्स IPL फ्रेंचाइज यह जी कंट्री ने यूनिकॉर्न का टाइटल लिया है। एक बार फिर रिपीट कर दिया, चेन्नई सुपर किंग्स की गल कर रहे हैं जिसनों शॉर्ट फॉर्म CSK के नाम तो भी जानते हैं। इन February 2022 who got selected as a torch bearer of winter Olympic 2020 by China government। कहते कि ਕਿਹੜਾ ਬੰਦਾ ਹੈਗਾ ਜਿਹਨੂੰ ਸਿਲੈਕਟ ਹੈ, ਕੋਈ ਫੈਬਰ ਨੂੰ ਸਿਲੈਕਟ ਕੀਤਾ ਹੈ ਜਿਹਨੇ ਕੋਈ ਟੋਰਚ ਬੇਰਰ ਆਫ ਵਿੰਟਰ ਓਲੰਪਿਕ 2022 ਅਨਾਉਂਸ ਕੀਤਾ ਹੈ, ਕਿਹਨਾਂ ਨੇ ਅਨਾਉਂਸ ਕੀਤਾ ਹੈ, ਚਾਈਨਾ ਗਵਰਨਮੈਂਟ ਵਾਲਿਆਂ ਨੇ ਅਨਾਉਂਸ ਕੀਤਾ ਹੈ। ਆਰਿਫ ਖਾਨ ਇਜ਼ ਐਸੋਸੀਏਟਡ ਵਿਦ ਵਿਚ ਸਪੋਰਟਸ। ਆਰਿਫ ਖਾਨ ਕਿਹੜੀ ਸਪੋਰਟ ਨਾਲ ਐਸੋਸੀਏਟਡ ਸਨ, ਦੈਟ ਇਜ਼ ਸਕਿੰਗ ਸਪੋਰਟ ਨਾਲ ਇਸ ਐਸੋਸੀਏਟਡ ਸਨ, ਜਿਹੜੇ ਕਿ ਇਕੱਲੇ ਇੰਡੀਅਨ ਐਥਲੀਟ ਸਨ ਜਿਨ੍ਹਾਂ ਨੇ ਕਿ ਅਟੈਂਡ ਕੀਤੀ ਸੀ ਓਪਨ ਸੈਰੇਮਨੀ 2022 ਵਿੰਟਰ ਓਲੰਪਿਕਸ ਦੀ। ਸੋ ਅੱਗੇ ਨਿਊਜ਼ ਹੈ, ਵਿਚ ਕੰਟਰੀ ਵਨ ਦੀ ਅਫਰੀਕਨ ਕੱਪ ਆਫ ਨੇਸ਼ਨ ਟਾਈਟਲ ਇਨ ਫੁੱਟਬਾਲ। ਕਿਹੜੀ ਕੰਟਰੀ ਨੇ ਅਫਰੀਕਨ ਕੱਪ ਆਫ ਨੈਸ਼ਨਲ ਟਾਈਟਲਸ ਫੁੱਟਬਾਲ ਨੂੰ ਜਿੱਤਿਆ, ਦੈਟ ਇਜ਼ ਸੈਨੇਗਲ ਨੇ ਜਿੱਤਿਆ ਹੈਗਾ। ਬਾਈ ਡਿਫੀਟਿੰਗ ਵਿਚ ਕੰਟਰੀ ਇੰਡੀਆ ਵਨ ਦੀ ਰਿਕਾਰਡ 15 ਟਾਈਮਸ। ਕਿਹੜੀ ਕੰਟਰੀ ਨੂੰ ਹਰਾ ਕੇ ਇੰਡੀਆ ਨੇ ਕਿ 15ਵੀਂ ਵਾਰੀ ICC ਅੰਡਰ 19 ਕ੍ਰਿਕਟ ਵਰਲਡ ਕੱਪ ਟਾਈਟਲ ਨੂੰ ਜਿੱਤਿਆ, ਦੈਟ ਇਜ਼ ਇਸ ਵਾਰ ਕਿਸ ਨੂੰ ਹਰਾਇਆ, ਉਹਨਾਂ ਨੇ ਇੰਗਲੈਂਡ ਵਾਲਿਆਂ ਨੂੰ ਹਰਾਇਆ। ਇਹਦੇ ਰਿਗਾਰਡਿੰਗ ਵਿਚ ਕੰਟਰੀ ਹੈਜ਼ ਵਨ ਦੀ AFC ਵੂਮਨ ਏਸ਼ੀਆ ਕੱਪ ਇੰਡੀਆ 2022 ਫੁੱਟਬਾਲ ਟੂਰਨਾਮੈਂਟ। AFC ਮੀਨਸ ਵੂਮੈਨਸ ਏਸ਼ੀਆ ਕੱਪ ਇੰਡੀਆ 2022 ਫੁੱਟਬਾਲ ਟੂਰਨਾਮੈਂਟ ਕਿਹਨਾਂ ਨੇ ਜਿੱਤਿਆ ਹੈ, ਚਾਈਨਾ ਵਾਲਿਆਂ ਨੇ ਇਹ ਟੂਰਨਾਮੈਂਟ ਜਿੱਤਿਆ ਹੈਗਾ। ਸੋ ਵੈਟਰਨ ਕ੍ਰਿਕਟਰ ਸੁਰੰਗਾ ਲਖਮਾਲ ਪਲੇਸ ਫੋਰ ਵਿਚ ਕੰਟਰੀ। ਇਹ ਕਿਹੜੀ ਕੰਟਰੀ ਨਾਲ ਬਿਲੋਂਗ ਕਰਦੇ ਨੇ, ਸ਼੍ਰੀਲੰਕਾ ਨਾਲ ਬਿਲੋਂਗ ਕਰਦੇ ਨੇ, ਜਿਨ੍ਹਾਂ ਨੇ ਆਪਣੀ ਰਿਟਾਇਰਮੈਂਟ ਲੈ ਲਈ ਇੰਟਰਨੈਸ਼ਨਲ ਕ੍ਰਿਕਟ ਤੋਂ। ਦੀ ਅਹਿਮਦਾਬਾਦ IPL ਫਰੈਂਚਾਈਜ਼ ਹੈਜ਼ ਨੇਮਡ ਐਸ। ਜੋ ਅਹਿਮਦਾਬਾਦ ਦੇ IPL ਫਰੈਂਚਾਈਜ਼ ਨੇ ਉਹਨਾਂ ਨੇ ਆਪਣਾ ਨਾਮ ਬਦਲ ਕੇ ਕੀ ਰੱਖ ਲਿਆ, ਗੁਜਰਾਤ ਟਾਈਟਨਸ ਨਾਮ ਰੱਖ ਲਿਆ ਹੈ। ਸੋ ਇੱਕ ਵਾਰ ਫਿਰ ਰਿਪੀਟ ਕਰ ਲੈਂਦੇ ਹਾਂ ਸਾਰੇ ਸਪੋਰਟਸ ਨਿਊਜ਼। ਟਾਟਾ ਸਟੀਲ ਮਾਸਟਰ ਚੈਸ 2022 ਕਿਹਨੇ ਜਿੱਤਿਆ ਹੈ, ਇਹ ਮੈਗਨਸ ਚਾਰਲਸਨ ਨੇ ਜਿੱਤਿਆ ਹੈਗਾ। ਸੋ ਜਿਹੜੀ ਕਿ ਇੰਡੀਆ ਨੇ ਬ੍ਰੋਂਜ਼ ਮੈਡਲ ਜਿੱਤਿਆ ਵੂਮੈਨਸ ਹਾਕੀ ਏਸ਼ੀਆ ਕੱਪ ਟੂਰਨਾਮੈਂਟ ਵਿੱਚ ਕਿਸ ਨੂੰ ਹਰਾਇਆ, ਚਾਈਨਾ ਨੂੰ ਹਰਾਇਆ ਹੈਗਾ। ਸੋ IPL ਵਿੱਚ ਯੂਨੀਕੋਰਨ ਦਾ ਟਾਈਟਲ ਕਿਸ ਨੂੰ ਮਿਲਿਆ ਹੈਗਾ, ਇਹ ਚਾਈਨੀਜ਼ ਸੁਪਰ ਕਿੰਗਸ ਨੂੰ ਮਿਲਿਆ ਹੈਗਾ। ਟੱਚ ਬੀਅਰ ਵਿੰਟਰ ਓਲੰਪਿਕ 2022 ਟਾਈਟਲ ਕਿਹਨੂੰ ਦਿੱਤਾ ਗਿਆ ਹੈ, ਕੋਈ ਫੈਬੀਓ ਨੂੰ ਟਾਈਟਲ ਦਿੱਤਾ ਗਿਆ ਚਾਈਨਾ ਗਵਰਨਮੈਂਟ ਦੇ ਦੁਆਰਾ। ਆਰਿਫ ਖਾਨ ਕਿਸ ਸਪੋਰਟਸ ਨਾਲ ਰਿਲੇਟ ਕਰਦੇ ਨੇ, ਸਕਿੰਗ ਸਪੋਰਟਸ ਨਾਲ ਰਿਲੇਟ ਕਰਦੇ ਨੇ। ਵਿਚ ਕੰਟਰੀ ਵਨ ਦੀ ਅਫਰੀਕਨ ਕੱਪ ਆਫ ਨੈਸ਼ਨਲ ਟਾਈਟਲਸ ਫੁੱਟਬਾਲ। ਸੋ ਅਫਰੀਕਨ ਕੱਪ ਕਿਹਨਾਂ ਨੂੰ ਮਿਲਿਆ, ਸਿੰਗਲ ਨਾਲਸ ਮਿਲਿਆ ਹੈ। ICC ਅੰਡਰ 19 ਕ੍ਰਿਕਟ ਵਰਲਡ ਕੱਪ ਟਾਈਟਲਸ ਵਿੱਚ 15 ਵਾਰ ਇੰਡੀਆ ਨੇ ਕਿਸ ਨੂੰ ਹਰਾਇਆ, ਇੰਗਲੈਂਡ ਨੂੰ ਹਰਾਇਆ। ਸੋ AFC ਵੂਮੈਨ ਏਸ਼ੀਆ ਕੱਪ ਇੰਡੀਆ 2022 ਫੁੱਟਬਾਲ ਟੂਰਨਾਮੈਂਟ ਵਿੱਚ ਕੌਣ ਜਿੱਤਿਆ ਹੈ, ਫੁੱਟਬਾਲ ਟੂਰਨਾਮੈਂਟ ਵਿੱਚ ਚਾਈਨਾ ਜਿੱਤਿਆ ਹੈਗਾ। ਸੋ ਵੈਟਰਨਰੀ ਕ੍ਰਿਕਟਰ ਸੁਰੰਗਲ ਲਖਮਾਨ ਕਿਹੜੀ ਕੰਟਰੀ ਨੂੰ ਬਿਲੋਂਗ ਕਰਦੇ ਨੇ, ਸ਼੍ਰੀਲੰਕਾ ਨੂੰ ਬਿਲੋਂਗ ਕਰਦੇ ਨੇ। ਅਹਿਮਦਾਬਾਦ IPL ਫਰੈਂਚਾਈਜ਼ ਦਾ ਨਵਾਂ ਨਾਮ ਕੀ ਰੱਖਿਆ ਗਿਆ, ਗੁਜਰਾਤ ਟਾਈਟਨਸ ਦਾ ਨਵਾਂ ਨਾਮ ਰੱਖਿਆ ਗਿਆ ਹੈ। ਅੱਗੇ ਇੰਪੋਰਟੈਂਟ ਨਿਊਜ਼ ਆਉਂਦੀਆਂ ਨੇ ਵਰਡ ਦੇ ਰਿਗਾਰਡਿੰਗ।
वर्ल्ड ਦੇ ਰਿਗਾਰਡਿੰਗ ਕਿਹੜੀ ਕਿਹੜੀ ਨਿਊਜ਼ ਨੇ ਉਹਨਾਂ ਬਾਰੇ ਅਸੀਂ ਗੱਲ ਕਰਾਂਗੇ। ਸਭ ਤੋਂ ਪਹਿਲੀ ਹੈਗੀ ਹੈ 11ਵੇਂ ਨੰਬਰ ਦੀ ਮੀਟਿੰਗ ਆਫ ਇੰਡੀਆ ਦੀ ਮੀਟਿੰਗ ਹੋਈ ਹੈ ਕਿਹੜੀ ਕੰਟਰੀ ਦੇ ਨਾਲ? ਜੁਆਇੰਟ ਮਿਲਟਰੀ ਕੋਆਪਰੇਸ਼ਨ ਕਮੇਟੀ ਵਾਸ ਹੈਲਡ ਇਨ ਨਿਊ ਦਿੱਲੀ। ਕਹਿੰਦੇ ਇੰਡੀਆ ਨੇ ਕਿਹੜੀ ਕੰਟਰੀ ਦੇ ਨਾਲ ਇਹ ਮੀਟਿੰਗ ਕੀਤੀ ਆ? ਓਮਾਨ ਦੇ ਨਾਲ ਕੀਤੀ ਹੈ। ਕਿੰਨਵੀਂ ਸੀ? 11ਵੇਂ ਨੰਬਰ ਦੀ ਸੀ। ਜੁਆਇੰਟ ਮਿਲਟਰੀ ਕੋਆਪਰੇਸ਼ਨ ਕਮੇਟੀ ਸੀ, ਨਿਊ ਦਿੱਲੀ ਵਿੱਚ ਇਹਦਾ ਆਰਗੇਨਾਈਜ਼ ਕੀਤਾ ਗਿਆ ਹੈ। ਇੰਡੀਆ ਐਂਡ ਨੇਪਾਲ ਨੇ ਸਾਈਨ ਕੀਤਾ MOU ਫॉर ਕੰਸਟਰਕਸ਼ਨ ਆਫ ਮੋਟਰੇਬਲ ਬ੍ਰਿਜ ਓਵਰ ਵਿਚ ਰਿਵਰ। ਇੰਡੀਆ ਨੇ ਨੇਪਾਲ ਦੇ ਨਾਲ ਇੱਕ MOU ਸਾਈਨ ਕੀਤਾ ਜਿਹਦੇ ਵਿੱਚ ਉਹ ਬ੍ਰਿਜ ਬਣਾਉਣਗੇ। ਬ੍ਰਿਜ ਦਾ ਨਾਮ ਹੈ ਮੋਟਰੇਬਲ ਬ੍ਰਿਜ ਹੋਏਗਾ ਤੇ ਕਿਸ ਰਿਵਰ ਤੇ ਬਣਾਏਗੇ? ਮਹਾਕਾਲੀ ਰਿਵਰ ਤੇ ਇਹ ਪ੍ਰੋਜੈਕਟ ਬਣਾਇਆ ਜਾਏਗਾ। ਵਿਚ ਕੰਟਰੀ ਵਾਸ ਇੰਡੀਆ ਟੋਪ ਮੋਸਟ ਟ੍ਰੇਡਿੰਗ ਪਾਰਟਨਰ ਇਨ 2021। 2021 ਦੇ ਰਿਗਾਰਡਿੰਗ ਕਿਹੜੀ ਕੰਟਰੀ ਨੇ ਸਭ ਤੋਂ ਵੱਧ ਟ੍ਰੇਡ ਕੀਤਾ ਇੰਡੀਆ ਦੇ ਨਾਲ? ਦੈਟ ਇਜ਼ USA ਨੇ। ਵਿਚ ਕੰਟਰੀ ਹੈਜ਼ ਟੈਸਟਡ ਫਾਇਰਡ ਇੰਟਰਮੀਡੀਏਟ ਰੇਂਜ ਬਲਾਸਟਿਕ ਮਿਸਾਈਲ ਨੇਮਡ ਹਵਾਸੋਂਗ 12 ਨਾਮ ਦੀ ਜਿਹੜੀ ਮਿਸਾਈਲ ਸੀ ਉਹ ਕਿਹੜੀ ਕੰਟਰੀ ਨੇ ਟੈਸਟ ਫਾਇਰ ਕੀਤੀ ਹੈ? ਦੈਟ ਇਜ਼ ਨਾਰਥ ਕੋਰੀਆ ਨੇ ਟੈਸਟ ਫਾਇਰ ਕੀਤੀ ਹੈ। Which global IT service and technology solution company has partnered with Microsoft? IT service and technology solution company ने partnership की है Microsoft ਦੇ ਨਾਲ for its launch of Microsoft Cloud for Retail। ITC Infotech ਵਾਲਿਆਂ ਨੇ ਜਿਹੜੀ ਕਿ ਇਹ ਪਾਰਟਨਰਸ਼ਿਪ ਕੀਤੀ ਹੈਗੀ ਹੈ। ਵਿਚ ਕੰਟਰੀ ਸਕੋਰ ਦੀ ਹਾਈਐਸਟ ਇਨ ਸੇਲਸਫੋਰਸ ਗਲੋਬਲ ਡਿਜੀਟਲ ਸਕਿੱਲ ਇੰਡੈਕਸ 2022। ਸੇਲਸਫੋਰਸ ਗਲੋਬਲ ਡਿਜੀਟਲ ਸਕਿੱਲ ਇੰਡੈਕਸ 2022 ਵਿੱਚ ਕਿਹੜੀ ਕੰਟਰੀ ਨੇ ਸਭ ਤੋਂ ਹਾਈਐਸਟ ਸਕੋਰ ਕੀਤਾ ਹੈਗਾ ਹੈ? ਮੇਜਰ ਗਲੋਬਲ ਇੰਪਲੋਈ ਸੈਂਟੀਮੈਂਟਸ ਐਂਡ ਰੈਡੀਨੈਸ ਟੂ ਐਕਵਾਇਰ ਦੀ ਕੀ ਡਿਜੀਟਲ ਸਕਿੱਲਸ ਨੀਡਡ ਬਾਈ ਦੀ ਬਿਜ਼ਨਸ ਟੂਡੇ ਐਂਡ ਦੀ ਓਵਰ ਦੀ ਨੈਕਸਟ 5 years। ਇੰਡੀਆ ਦੇ ਰਿਗਾਰਡਿੰਗ ਇਹ ਗੱਲ ਕਰ ਰਹੇ ਨੇ। ਦੀ ਵਰਲਡ ਫਸਟ ਹਾਈਡਰੋਜਨ ਪਾਵਰ ਫਲਾਈਂਗ ਬੋਟ, ਹਾਈਡਰੋਜਨ ਪਾਵਰ ਦੇ ਨਾਲ ਫਲਾਈਂਗ ਬੋਟ ਬਣਾਈ ਗਈ ਹੈ। ਇਹ ਕਿੱਥੇ ਬਣਾਈ ਗਈ ਹੈ? ਦੁਬਈ ਦੇ ਵਿੱਚ ਬਣਾਈ ਗਈ ਹੈਗੀ ਹੈ। ਵਿਚ ਕੰਪਨੀ ਸਰਪ੍ਰਾਈਜ਼ਡ US ਚਿਪ ਮੇਕਰ ਇੰਟੈਲ, ਜਿਹੜੀ ਕਿ ਕੰਪਨੀ US ਚਿਪ ਮੇਕਰ ਇੰਟੈਲ ਟੂ ਬਿਕਮ ਦੀ ਵਰਲਡ ਲੀਡਿੰਗ ਚਿਪ ਮੇਕਰ, ਸਭ ਤੋਂ ਵੱਧ ਚਿਪ ਮੇਕਰ ਬਣਾਏ ਜਾ ਰਹੇ ਨੇ। ਇਹ ਸੈਮਸੰਗ ਇਲੈਕਟ੍ਰੋਨਿਕਸ ਦੀ ਗੱਲ ਕਰ ਰਹੇ ਨੇ। ਅੱਗੇ ਹੈਗੀ ਗੱਲ ਸੈਰਗਿਓ ਮੈਟੇਰੇਲਾ ਹੈਜ਼ ਬੀਨ ਇਲੈਕਟਡ ਐਜ਼ ਦ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਸੈਰਗਿਓ ਮੈਟੇਰੇਲਾ ਕਿਸ ਕੰਟਰੀ ਦੇ PM ਬਣੇ ਨੇ? ਇਹ ਇਟਲੀ ਦੇ PM ਬਣੇ ਨੇ। ਤੁਸੀਂ ਨਾਮ ਯਾਦ ਰੱਖਣਾ, ਦੈਟ ਇਜ਼ ਸਰਗਿਓ ਮੈਟੇਰੇਲਾ ਜੀ। ਵਿਚ ਕੰਟਰੀ ਹੈਜ਼ ਪ੍ਰੋਕਿਓਰ 420 ਬੋਰਗੋਜ ਵੈਗਨਸ ਫਰੋਮ ਇੰਡੀਆ। ਕਹਿੰਦੇ ਕਿ 420 ਬਾਰਗੋਜ ਵੈਗਨਸ ਕਿੱਥੋਂ ਪ੍ਰੋਕਿਓਰ ਕਰਨਗੇ? ਬੰਗਲਾਦੇਸ਼ ਦੇ ਰਿਗਾਰਡਿੰਗ ਗੱਲ ਕਰ ਰਹੇ ਨੇ। ਵਿਚ ਕੰਟਰੀ ਹੈਜ਼ ਬਿਕਮ ਦੀ ਫਸਟ ਕੰਟਰੀ ਇਨ ਦੀ ਵਰਲਡ ਟੂ ਐਡਮਿਨਿਸਟਰ ਏ DNA ਵੈਕਸੀਨ ਅਗੇਂਸਟ COVID-19। ਕਹਿੰਦੇ ਕਿ ਜਿਹੜੀ ਕਿ DNA ਬੇਸਡ ਵੈਕਸੀਨ ਬਣਾਈ ਹੈ, ਕਿਸ ਨੇ ਬਣਾਈ ਹੈਗੀ ਹੈ? ਇੰਡੀਆ ਵਾਲੇ ਨੇ ਬਣਾਈ ਹੈਗੀ ਹੈ। ਵਰਲਡ ਆਇਲ ਆਊਟਲੁੱਕ 2021 ਕਹਿੰਦੇ ਕਿ ਰਿਪੋਰਟ ਹੈਗੀ ਹੈ ਕਿਹੜੀ ਆਰਗੇਨਾਈਜੇਸ਼ਨ ਦੁਆਰਾ ਜਾਰੀ ਕੀਤੀ ਜਾਂਦੀ ਹੈ? ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਇੰਡੈਕਸ, OPEC ਦੁਆਰਾ ਇਹ ਜਾਰੀ ਕੀਤੀ ਜਾਂਦੀ ਹੈ। OPEC ਦੀ ਫੁੱਲ ਫਾਰਮ ਕੀ ਹੈਗੀ ਆ? ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼। ਇੰਡੀਆ ਹੈਜ਼ ਸਾਈਨ ਅਗਰੀ ਟੂ ਪ੍ਰੋਵਾਈਡ ਗ੍ਰਾਂਟ ਟੂ ਵਿਚ ਕੰਟਰੀ। ਕਹਿੰਦੇ ਇੰਡੀਆ ਨੇ ਕਿਹੜੀ ਕੰਟਰੀ ਨੂੰ ਗ੍ਰਾਂਟ ਕੀਤਾ ਕਿ ਉਹ ਇੰਪਲੀਮੈਂਟ ਕਰਨ ਯੂਨਿਟਰੀ ਡਿਜੀਟਲ ਆਇਡੈਂਟੀਟੀ ਫਰੇਮਵਰਕ ਫॉर ਮੋਡਲਡ ਔਨ ਆਧਾਰ ਕਾਰਡ। ਸ਼੍ਰੀਲੰਕਾ ਵਾਲਿਆਂ ਦੀ ਗੱਲ ਕਰ ਰਹੇ ਹੈ। ਸੋ ਅਗਲੀ ਗੱਲ ਹੈ ਅਕੋਰਡਿੰਗ ਟੂ ਟੋਮਟੋਮ ਟ੍ਰੈਫਿਕ ਇੰਡੈਕਸ ਗਲੋਬਲ ਲਿਸਟ। ਟੋਮਟੋਮ ਟ੍ਰੈਫਿਕ ਇੰਡੈਕਸ ਦੀ ਗੱਲ ਕਰ ਰਹੇ ਹੈ। top 25 list which country has emerged as most congested cities in the world 2021। ਇਸਤਾਨਬੁਲ ਦੀ ਗੱਲ ਕਰੀਏ, ਟੋਮਟੋਮ ਵਿੱਚ ਇਸਤਾਨਬੁਲ ਆਇਆ ਟੌਪ ਤੇ। which country ranked the first in economic intelligence in democracy index। ਡੈਮੋਕ੍ਰੇਸੀ ਇੰਡੈਕਸ ਵਿੱਚ ਪਹਿਲੇ ਨੰਬਰ ਦੀ ਕਿਹੜੀ ਕੰਟਰੀ ਹੈਗੀ ਹੈ? ਨੋਰਵੇ ਦੀ ਕੰਟਰੀ ਹੈਗੀ। ਇੰਡੀਆ ਦੀ ਕਿੰਨੀ ਰੈਂਕਿੰਗ ਹੈ? 46 ਨੰਬਰ ਤੇ ਇੰਡੀਆ ਦੀ ਰੈਂਕਿੰਗ ਹੈਗੀ ਹੈ। ਸੋ ਵਿਚ ਕੰਟਰੀ ਹੈਜ਼ ਅਨਾਊਂਸਡ the ਮੈਤਰੀ ਸਕੂਲ ਪ੍ਰੋਗਰਾਮ ਅੰਡਰ ਵਿਚ ਇਟ ਵਿਲ ਪ੍ਰੋਵਾਈਡ 11 million USD for 4 years to support Indian student to study in which country world leading universities। ਕਹਿੰਦੇ ਕਿ ਮੈਤਰੀ ਸਕੋਲਰਸ਼ਿਪ ਕਿਹਨਾਂ ਨੂੰ ਦਿੱਤੀ ਜਾਏਗੀ? ਆਸਟ੍ਰੇਲੀਆ ਵਾਲਿਆਂ ਨੇ ਇੱਕ ਸਕੀਮ ਜਾਰੀ ਕੀਤੀ ਹੈਗੀ ਹੈ। ਇੰਡੀਆ ਨੇ ਸਾਈਨ ਕੀਤਾ ਹੈ ਐਗਰੀਮੈਂਟ ਵਿਦ UN ਵਰਲਡ ਫੂਡ ਪ੍ਰੋਗਰਾਮ ਫॉर ਡਿਸਟ੍ਰੀਬਿਊਸ਼ਨ ਆਫ ਵੀਟ ਟੂ ਵਿਚ ਕੰਟਰੀ। ਇੰਡੀਆ ਨੇ ਅਫਗਾਨਿਸਤਾਨ ਦੇ ਨਾਲ ਇਹ ਐਗਰੀਮੈਂਟ ਸਾਈਨ ਕੀਤਾ ਹੈ ਕਿ ਉਹ ਕੀ ਕਰਨਗੇ? ਇੰਡੀਆ ਨੇ UN ਵਰਲਡ ਫੂਡ ਪ੍ਰੋਗਰਾਮ ਕੀਤਾ ਹੈ ਕਿ ਵੀਟ ਪ੍ਰੋਵਾਈਡ ਕਰਨਗੇ ਅਫਗਾਨਿਸਤਾਨ ਵਾਲਿਆਂ ਨੂੰ। ਇਹ which country to be host of One Ocean Summit 2022। One Ocean Summit 2022 ਨੂੰ ਕਿਹੜੀ ਕੰਟਰੀ ਹੋਸਟ ਕਰੇਗੀ? ਫਰਾਂਸ ਹੋਸਟ ਕਰੇਗੀ ਇਸ ਨੂੰ। which country central bank has launched 5-year plan for financial stabilization। ਫਾਈਨੈਂਸ਼ੀਅਲ ਸਟੈਂਡਰਡੇਸ਼ਨ 5-year ਪਲਾਨ ਕਿਸ ਨੇ ਬਣਾਇਆ? ਚਾਈਨਾ ਵਾਲਿਆਂ ਨੇ ਪਲਾਨ ਬਣਾਇਆ। ਸੋ ਇਹ ਸੀ ਸਾਡੇ ਅੱਜ ਦਾ ਸਾਰਾ ਕਰੰਟ ਅਫੇਅਰ। ਹੋਪ ਸੋ ਤੁਹਾਨੂੰ ਇਹ ਪਸੰਦ ਆਇਆ ਹੋਏਗਾ। ਸੋ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਨਾ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ।
ਵੀਡੀਓ ਲੰਬੀ ਚਲੇਗੀ ਬਿਕੋਜ਼ ਕਰੰਟ ਅਫੇਅਰਸ ਬਹੁਤ ਜ਼ਿਆਦਾ ਸੀ। ਇਹ ਪਾਰਟ 1 ਹੈ, ਦੂਸਰੇ ਪਾਰਟ ਵਿੱਚ ਪੂਰਾ ਫੈਬ ਮਹੀਨੇ ਦਾ ਅਸੀਂ ਕੰਪਲੀਟ ਕਰ ਦੇਵਾਂਗੇ। ਥੈਂਕ ਯੂ ਐਂਡ